सत श्री अकाल जी। अज आप फिर तो जो पंजाब राज तकनीकी सिक्ख्या ਅਤੇ उद्योगिक सिखलाई विभाग वालों चलाए जा रहे पंजाबी निमी चैनल के माध्यम राही अज आप फिर एक बारी लैक्चर ਲਈ जुड़े हाँ। सो मैं रणधीर सिंह बाल ITSC फतेहगढ़ चूड़ियाँ समूह मैंबरां का ਤੇ ਇੰਸਟ੍ਰਕਟਰ ਸਾਹਿਬਾਨ ਤੇ ਸਿਖਿਆਰਥੀਆਂ ਦਾ ਵੈਲਕਮ ਕਰਦਾ ਵਾਂ। ਸੋ ਆਪਣਾ ਲੈਕਚਰ ਆਪਾਂ ਸਟਾਰਟ ਕਰਦੇ ਹਾਂ। ਸੋ ਸਟਾਰਟ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਲਾਈਡ ਜਿਹੜੀ ਆ, ਕਿਉਂਕਿ ਬਾਰ-ਬਾਰ ਤੁਹਾਨੂੰ ਮਤਲਬ ਰਿਪੀਟ ਕਰਨ ਵਾਸਤੇ ਵੀ ਚੇਤਾ ਰਵੇ, ਮਿਸ਼ਨ ਫਤਿਹ ਜੋ ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ COVID-19 ਸੰਬੰਧੀ ਜਾਗਰੂਕ ਮੁਹਿੰਮ ਆ, ਉਹਨੂੰ ਆਪਾਂ ਮਤਲਬ ਰੋਜ਼ ਇੱਕ ਵਾਰੀ ਚੇਤੇ ਕਰਨਾ ਵਾ। ਨੰਬਰ 1 ਤੇ ਜਿੱਦਾਂ ਕਿਸੇ ਨਾਲ ਹੱਥ ਨਾ ਮਿਲਾਓ, दूर तो नमस्कार सत श्री अकाल बुलाओ, भीड़ भाड़ वाले इलाकों में इकट्ठ शामिल ना हो, थोड़ी देर बाद अपने हाथ साबन नाल चंगी तरह धोते रहो। तो चौथे नंबर पर देखो तुसीं फोटो वेख रहे, सिर्फ जरूरी काम लई ही घरों बाहर बाजार से मूँह से मास्क जरूर लगाओ। तो 5वां नंबर आ गया, छोटे बच्चे ते बजुर्ग घर तो बाहर बिल्कुल ना निकलन, क्योंकि इन्हों ज़्यादा मतलब इफैक्ट करता वा। सो मिशन फतेह जिहड़ा वा हुण करोना नूं आपां मतलब सारा रल के ਜਿਹੜਾ ਆਪਣਾ ਵਾ ਪੰਜਾਬ ਸਰਕਾਰ ਦਾ ਜੋ ਮਿਸ਼ਨ ਆ ਉਹਨੂੰ ਫਤਿਹ ਕਰਨਾ ਵਾ। ਸੋ ਅੱਜ ਦਾ ਸਾਡਾ ਜਿਹੜਾ ਟੌਪਿਕ ਆ ਉਹ ਚੇਨ ਸਰਵੇ ਤੋਂ ਬਾਅਦ ਆਪਾਂ ਦਾ ਜਿਹੜਾ ਟੌਪਿਕ ਆ ਕੰਪਾਸ ਸਰਵੇ ਦੇ ਉੱਪਰ ਆ। ਸੋ ਕੰਪਾਸ ਸਰਵੇ ਨੂੰ ਆਪਾਂ ਮਤਲਬ ਸਭ ਤੋਂ ਪਹਿਲਾਂ ਤੁਸੀਂ ਫੋਟੋ ਦੇਖ ਰਹੇ ਆ, ਕੰਪਾਸ ਸਰਵੇਇੰਗ ਇਹ ਇੱਕ ਇੰਸਟਰੂਮੈਂਟ ਆ ਜਿਹੜਾ ਕੰਪਾਸ ਤੁਸੀਂ ਆਪਣੇ ITIਆਂ ਦੇ ਵਿੱਚ ਜਾਂ ਆਪਣੀਆਂ ਸੰਸਥਾਵਾਂ ਦੇ ਵਿੱਚ ਤੁਹਾਡੇ ਸਤਿਕਾਰਯੋਗ ਜਿਹੜੇ ਇੰਸਟ੍ਰਕਟਰ ਸਾਹਿਬਾਨ ਆ ਉਹਨਾਂ ਨੇ ਤੁਹਾਨੂੰ ਇੱਥੇ ਪ੍ਰੈਕਟੀਕਲੀ ਕੰਮ ਵੀ ਕਰਾਇਆ ਹੋਊਗਾ ਤੇ ਤੁਸੀਂ ਇਹਨੂੰ ਵੇਖਿਆ ਹੋਊਗਾ ਕੰਪਾਸ। ਸੋ ਕੰਪਾਸ ਸਰਵਿੰਗ ਦਾ ਚੇਨ ਕੰਪਾਸ ਸਰਵੇ ਦਾ ਮਕਸਦ ਕਿਉਂ ਆ, ਆਪਾਂ ਚੇਨ ਸਰਵੇ ਨੂੰ ਕਿਉਂ ਛੱਡਿਆ ਤੇ ਕੰਪਾਸ ਸਰਵੇ ਨੂੰ ਕਿਉਂ ਪ੍ਰੈਫਰ ਕੀਤਾ? ਕਿਉਂਕਿ ਜਿਹੜੀ ਚੇਨ ਸਰਵੇ ਆ ਉਹਦਾ ਪ੍ਰਿੰਸੀਪਲ ਕੀ ਹੈਗਾ ਵਾ ਵੀ ਜਿਹੜਾ ਸਾਰਾ ਏਰੀਆ ਵਾ ਉਹਨੂੰ ਨੈਟਵਰਕ ਆਫ ਟ੍ਰਾਈਐਂਗਲ ਦੇ ਵਿੱਚ ਤੋੜਨਾ। ਪਰ ਜਿੱਦਾਂ ਕਈ ਜਗ੍ਹਾ ਤੇ ਇਦਾਂ ਦੀ ਆ ਜਾਂਦਾ ਏਰੀਆ ਆ ਜਾਂਦਾ ਵਾ ਜਿੱਥੇ ਆਪਾਂ ਮਤਲਬ ਉਹ ਸਮਾਲ ਨਹੀਂ ਹੈਗਾ, ਵੱਡਾ ਏਰੀਆ ਵਾ, ਨੈਰੋ ਸਟ੍ਰਿਪ ਆ, ਜਿੱਦਾਂ ਰੇਲਵੇ ਲਾਈਨ ਆ, ਸੜਕ ਆ, ਜਿੱਦਾਂ ਨਹਿਰ ਆ, ਨਹਿਰ ਦਾ ਆਪਾਂ ਮਤਲਬ ਮੈਪ ਤਿਆਰ ਕਰਨਾ ਵਾ ਤੇ ਉਹ ਮਤਲਬ ਕਿਲੋਮੀਟਰਾਂ ਦੇ ਵਿੱਚ ਹੈਗਾ ਤੇ ਏਡੀਆਂ ਵੱਡੀਆਂ ਟ੍ਰਾਇੰਗਲਾਂ ਸੰਭਵ ਨਹੀਂ ਹੈਗੀਆਂ। ਤੇ ਉੱਥੇ ਫਿਰ ਆਪਾਂ ਚੇਨ ਸਰਵੇ ਨੂੰ ਮਤਲਬ ਛੱਡ ਕੇ ਫਿਰ ਕੰਪਾਸ ਸਰਵੇ ਜਿਹੜਾ ਵਾ ਉਹਨੂੰ ਯੂਜ਼ ਕੀਤਾ ਜਾਂਦਾ। ਸੋ ਚੇਨ ਸਰਵੇ ਕੈਨ ਬੀ ਯੂਜ਼ਡ when the area to surveyed is comparatively small and fairly flat। ਤੇ ਪੱਧਰਾ ਏਰੀਆ ਹੋਊਗਾ ਉੱਥੇ ਚੇਨ ਸਰਵੇ ਨੂੰ ਆਪਾਂ ਪ੍ਰੈਫਰ ਕਰਦੇ ਹਾਂ। ਸੋ ਬਟ when the area is large undiluted the crowded with many details, ਮਤਲਬ ਕੋਈ ਏਰੀਆ ਬੜਾ ਵੱਡਾ ਵਾ ਉੱਥੇ ਡਿਟੇਲਸ ਬਹੁਤ ਜ਼ਿਆਦੀਆਂ ਵਾ, बहुत ज़्यादा ऑफसेट्स ने, बहुत ज़्यादा ऑब्जेक्ट्स ने। तो आप मतलब उत्थे फिर ट्रैंगुलेशन जो प्रिंसीपल आ चेन सर्वे का उहदे नाल उहनूं करना संभव नहीं हैगा। तो फिर इन सच एन एरिया द मैथड ऑफ ट्रवर्सिंग फिर आप उत्थे ट्रवर्स बनाने ते ट्रवर्स कंपास नाल आप जिहड़े स्टेशन हुंदे ने उन्हां दे एंगल मैयर करके आप ट्रवर्सिंग बनाउने आ ते उहदे विच जिहड़ी मायरिंग मिनती आ वो फिर आप चेन नाल करदे आ। सो जी मिनती वो चेन नहीं होनी आ या मायरिंग टेप नाल होनी आ। सो कंपास सर्वे जिहड़ा वा एंगुलर मेजरमेंट वास्ते आपां यूज किया जाता है। लो जी प्रिंसीपल ऑफ कंपास सर्विंग। तो प्रिंसीपल ऑफ कंपास सर्विंग विच इन्वॉल्व ए सीरीज ऑफ कनेक्टेड लाइन्स, द मैग्नेटिक बेयरिंग ऑफ ए लाइन आर मेजर्ड बाय द प्रिज्मैटिक कंपास। जिहड़ी कंपास दे नाल हुण जिहड़ी आ तुसीं पहली फोटो देखी आ वो प्रिज्मैटिक कंपास दी सीगी, कंपास का नाम। तो उत्थे डिफरेंट लेंथ जिहड़ियां वा वो फिर आपां उन्हां दीयां बेयरिंग्स कर लैंदे आ ते मैं बेयरिंग्स बारे गल करांगा ते उस तो बाद ट्रवर्स बारे भी आपां गल करदे आ। सो मैयर करदे आ उहनूं फिर एंगल्स तो बाद जिहड़ियां लाइन्स हैगियां ने जिहड़ियां उहनां नूं फिर आपां चेन नाल मैयर करके ते फिर जिहड़ा एंगल बेयरिंगां तो आपां एंगल कन्वर्ट कर लैंदे आ ते उहनां एंगल्स नूं फिर आपां ज्योमैट्रिकल फिगर दे नाल ड्रा करके ਤੇ ਆਪਾਂ ਪੂਰਾ ਮੈਪ ਤਿਆਰ ਕਰ ਲੈਂਦੇ ਆ। ਸੋ ਕੰਪਾਸ ਸਰਵਿੰਗ ਇਜ਼ ਰਿਕਮੈਂਡਡ ਵੈਨ ਦਾ ਏਰੀਆ ਇਜ਼ ਲਾਰਜ ਅਨਡਿਲੂਟਡ ਕਰਾਊਡਡ ਵਿਦ ਮੈਨੀ ਡਿਟੇਲਸ। ਜਿੱਥੇ ਬਹੁਤ ਜ਼ਿਆਦਾ ਡਿਟੇਲਸ
ਜਾਂ ਨੈਰੋ ਸਟ੍ਰਿਪ ਆ ਜਿੱਦਾਂ, ਤੇ ਏਰੀਆ ਲਾਰਜ ਆ, ਜੰਗਲ ਏਰੀਆ ਵਾ ਜਿਸ ਤਰ੍ਹਾਂ, ਜਿੱਥੇ ਮਤਲਬ ਟ੍ਰੈਂਗੂਲੇਸ਼ਨ ਕਰਨੀ ਥੋੜੀ ਔਖੀ ਹੁੰਦੀ ਆ, ਉੱਥੇ ਫਿਰ ਆਪਾਂ ਕੰਪਾਸ ਨੂੰ ਪ੍ਰੈਫਰ ਕਰਦੇ ਹਾਂ। ਪਰ ਕਈ ਜਗ੍ਹਾ ਤੇ ਕੰਪਾਸ ਸਰਵੇ ਜਿਹੜਾ ਵਾ ਰਿਕਮੈਂਡ ਨਹੀਂ ਕਰਦੇ, ਕਿਉਂਕਿ ਕੰਪਾਸ ਵਿੱਚ ਮੈਗਨੇਟ ਲੱਗੀ ਹੈ। ਕਿਉਂਕਿ ਮੈਂ ਹੁਣੇ ਗੱਲ ਕੀਤੀ ਹੈ ਮੈਗਨੈਟਿਕ ਬੇਅਰਿੰਗ, ਤੋਂ ਜਿਹੜੀ ਮੈਗਨੇਟ ਆ ਉਹ ਫਿਰ ਲੋਹੇ ਦੇ ਵਾਲੇ ਏਰੀਏ ਦੇ ਨਾਲ, ਜਿੱਥੇ ਲੋਹਾ ਹੋਊਗਾ, ਆਇਰਨ ਮਟੀਰੀਅਲਸ ਹੋਣਗੇ, ਉੱਥੇ ਫਿਰ ਅਫੈਕਟਡ ਹੋ ਜੂਗੀ ਤੇ ਐਂਗਲ ਸਾਡਾ ਗਲਤ ਹੋ ਜਾਊਗਾ। ਸੋ ਉੱਥੇ ਆਪਾਂ ਜਿਹੜੀ ਕੰਪਾਸ ਆ ਉਹ ਲੋਕਲ ਅਟਰੈਕਸ਼ਨ ਨੂੰ ਸਸਪੈਕਟਡ ਹੋ ਜਾਂਦੀ ਡਿਊ ਟੂ ਪ੍ਰੈਜ਼ੈਂਸ ਆਫ ਮੈਗਨੈਟਿਕ ਸਬਸਟੈਂਸ ਲਾਈਕ ਸਟੀਲ ਸਟਰਕਚਰ, ਲੋਹੇ ਦੇ ਜਿੱਦਾਂ ਸਟਰਕਚਰ ਨੇ, ਆਇਰਨ ਆਰ ਡਿਪੋਜ਼ਿਟ, ਇਲੈਕਟ੍ਰਿਕ ਕੇਬਲਸ ਜਿੱਦਾਂ ਵਾ, ਬਿਜਲੀ ਦੀਆਂ ਤਾਰਾਂ ਵਾ, ਕਰੰਟ ਆ, ਸੋ ਔਨ ਸੋ ਜਿਹੜੀਆਂ ਚੀਜ਼ਾਂ ਵਾ, ਉੱਥੇ ਫਿਰ ਆਪਾਂ ਮਤਲਬ ਜਿੱਦਾਂ ਜਿੱਦਾਂ ਮੈਗਨੈਟਿਕ ਏਰੀਆ ਵਾ, ਜਿੱਥੇ ਜਿੱਦਾਂ ਲੋਹੇ ਦੀਆਂ ਖਾਨਾਂ ਵਾ, ਮਤਲਬ ਉੱਥੇ ਫਿਰ ਇਹ ਏਰੀਆ ਮਤਲਬ ਜਿਹੜਾ ਕੰਪਾਸ ਸਰਵੇ ਆ ਉਹਨੂੰ ਆਪਾਂ ਰਿਕਮੈਂਡ ਨਹੀਂ ਕਰਦੇ। ਲਓ ਜੀ, ਆ ਇੱਕ ਫਿਗਰ ਤੁਸੀਂ ਵੇਖ ਰਹੇ ਆ, ਇਹ ਟਰਵਰਸ ਹੈਗਾ। ਟਰਵਰਸ ਕੀ, ਜਿੱਦਾਂ ਏ ਬੀ ਸੀ ਲਾਈਨ ਆ, ਸੀ ਡੀ ਲਾਈਨ ਆ, ਡੀ ਈ ਲਾਈਨ ਆ, ਈ ਏ ਲਾਈਨ ਆ। ਇਹਦਾ ਮਤਲਬ ਏ ਤੋਂ ਸਟਾਰਟ ਹੋਏ ਤੇ ਫਿਰ ਏ ਤੇ ਖਤਮ ਹੋ ਗਈ। ਇਹ ਫਿਰ ਕਨੈਕਟਡ ਆਫ ਲਾਈਨ ਦੀ ਸੀਰੀਜ਼ ਆ, ਜਿਹਦੇ ਵਿੱਚ ਆਪਾਂ ਐਂਗਲ ਮੈਜ਼ਰ ਕੀਤੇ ਆ। ਐਂਗਲ ਏ ਨੂੰ ਫਾਈਂਡ ਕਰ ਲਿਆ, ਐਂਗਲ ਬੀ ਨੂੰ ਫਾਈਂਡ ਕਰ ਲਿਆ, ਫਿਰ ਜਿੰਨੀ ਏ ਬੀ ਦੀ ਲੈਂਥ ਹੋਊਗੀ ਆਪਾਂ ਉਹ ਐਂਗਲ ਕੰਪਾਸ ਦੇ ਨਾਲ ਜਾਂ ਡੀ ਦੇ ਨਾਲ, ਪ੍ਰੋਟੈਕਟਰ ਦੇ ਨਾਲ ਆਪਾਂ ਮੈਪ ਦੇ ਉੱਪਰ ਡਰਾ ਕਰ ਸਕਦੇ ਹਾਂ, ਸੌਖੀ ਫਿਗਰ ਬਣਾ ਸਕਦੇ ਹਾਂ। ਇਹਦੇ 'ਚ ਫਿਰ ਏਰੀਏ ਨੂੰ ਟ੍ਰਾਇੰਗਲਾਂ ਦੇ ਵਿੱਚ ਸਾਨੂੰ ਵੰਡਣ ਦੀ ਲੋੜ ਨਹੀਂ ਪਈ ਆ। ਆ ਇੱਕ ਟਰਵਰਸ ਆ, ਇਹ ਕਿਹੜਾ ਟਰਵਰਸ ਆ? ਕਲੋਜ਼ ਟਰਵਰਸ ਆ, ਕਿਉਂਕਿ ਏ ਤੋਂ ਸਟਾਰਟ ਹੋ ਕੇ ਫਿਰ ਏ ਤੇ ਕਲੋਜ਼ ਹੋ ਗਿਆ। ਸੋ ਜਿੱਦਾਂ ਕੋਈ ਸੜਕ ਦਾ ਟਰਵਰਸ ਹੋਊਗਾ, ਕੋਈ ਸੜਕ ਆ ਜਾਂ ਕੋਈ ਰੇਲਵੇ ਲਾਈਨ ਆ, ਉੱਥੇ ਫਿਰ ਜਿਹੜਾ ਸਟਾਰਟ ਹੋਊਗਾ ਉਹ ਤੁਹਾਡਾ ਓਪਨ ਟਰਵਰਸ ਹੋਊਗਾ, ਉਹਦੀ ਵੀ ਆਪਾਂ ਗੱਲ ਕਰਦੇ ਹਾਂ। ਸੋ ਤੁਸੀਂ ਇਹ ਫਿਗਰ ਜਿਹੜੀ ਵੇਖ ਲਈ ਆ ਕਲੋਜ਼ ਟਰਵਰਸ ਦੀ। ਇਸ ਤੋਂ ਬਾਅਦ ਟਾਈਪਸ ਐਂਡ ਯੂਜ਼ ਆਫ ਕੰਪਾਸ। ਕੰਪਾਸ ਦੀਆਂ ਕਿਹੜੀ ਕਿਹੜੀਆਂ ਕਿਸਮਾਂ ਵਾ, ਕਿਹੜੀ ਕਿਹੜੀ ਕੰਪਾਸ ਅਸੀਂ ਯੂਜ਼ ਕਰਦੇ ਹਾਂ। ਵੈਸੇ ਟ੍ਰੇਨਿੰਗਸ ਦੇ ਦਿਮਾਗ 'ਚ ਆਉਂਦਾ ਹੋਊਗਾ ਵੀ ਆਪਾਂ ਤੇ 10ਵੀਂ 9ਵੀਂ ਕਲਾਸ ਜਦੋਂ ਪੜ੍ਹਦੇ ਹੁੰਦੇ ਸੀ ਤੇ ਉਹ ਜਿਓਮੈਟਰੀ ਬਾਕਸ ਹੁੰਦਾ ਸੀ, ਉਹਦੇ ਵਿੱਚ ਵੀ ਕੰਪਾਸ ਹੁੰਦੀ ਸੀ, ਤੇ ਉਹ ਕੰਪਾਸ ਵੀ ਤੁਹਾਡੀ ਐਂਗਲ ਨੂੰ ਬਣਾਉਣ ਵਿੱਚ ਮਦਦ ਕਰਦੀ ਸੀ। ਤੁਹਾਨੂੰ ਯਾਦ ਹੋਊਗਾ ਕਿ ਜਦੋਂ ਜਿਓਮੈਟਰੀਕਲ ਕੰਸਟਰਕਸ਼ਨ ਕੀਤੀ ਜਾਂਦੀ ਸੀ ਤਾਂ ਤੁਹਾਨੂੰ ਕਈ ਵਾਰੀ ਜਿਓਮੈਟਰੀਕਲ ਕੰਸਟਰਕਸ਼ਨ ਵਾਲੇ ਚੈਪਟਰ ਸਮਝਾਉਂਦੇ ਵੀ 60 ਡਿਗਰੀ ਦਾ ਕੋਣ ਬਣਾਓ, 90 ਦਾ ਕੋਣ ਬਣਾਓ। ਇਹਦਾ ਮਤਲਬ ਐਂਗਲ ਨੂੰ ਕੰਸਟਰਕਟ ਕਰਨ ਵਾਸਤੇ ਇਹ ਕੰਪਾਸ, ਤੇ ਕੰਪਾਸ ਨਾਲ ਫਿਰ ਇੱਕ ਇੰਸਟਰੂਮੈਂਟ ਹੋ ਗਿਆ ਜਿਹਦੇ ਨਾਲ ਆਪਾਂ ਐਂਗੂਲਰ ਮੈਜ਼ਰਮੈਂਟ ਕਰਦੇ ਹਾਂ। ਸੋ ਕੰਪਾਸ ਇਜ਼ ਸਮਾਲ ਇੰਸਟਰੂਮੈਂਟ essentially consisting of magnetic needle, ਮਤਲਬ ਇੱਕ ਮੈਗਨੈਟਿਕ ਨੀਡਲ ਆ, ਗ੍ਰੈਜੂਏਟ ਸਰਕਲ ਹੁੰਦਾ ਉਹਦੇ ਵਿੱਚ। ਗ੍ਰੈਜੂਏਟ ਦਾ ਮਤਲਬ ਇੱਕ ਗੋਲ ਚੱਕਰ ਹੁੰਦਾ ਜਿਹਦੇ ਵਿੱਚ ਮਾਰਕਿੰਗ ਕੀਤੀ ਹੁੰਦੀ ਹੈ। ਜਿੱਦਾਂ ਤੁਸੀਂ ਸਕੇਲ ਲੈਂਦੇ ਆ 15 ਸੈਂਟੀਮੀਟਰ ਦਾ, ਉਹਦੇ ਵਿੱਚ 15 ਸੈਂਟੀਮੀਟਰ ਦੀ ਮਾਰਕਿੰਗ ਕੀਤੀ ਹੁੰਦੀ ਹੈ। ਇਹਦਾ ਮਤਲਬ ਗ੍ਰੈਜੂਏਟ ਹੋ ਗਿਆ। ਐਂਡ ਇਹ ਲਾਈਨ ਆਫ ਸਾਈਟ ਹੁੰਦੀ ਆ। ਕੰਪਾਸ ਕੈਨ ਨਾਟ ਬੀ ਮੈਜ਼ਰਡ ਐਂਗਲ ਬਿਟਵੀਨ ਟੂ ਲਾਈਨ ਡਾਇਰੈਕਟਲੀ। ਆਪਾਂ ਕੰਪਾਸ ਨਾਲ ਡਾਇਰੈਕਟਲੀ ਐਂਗਲ ਨਹੀਂ ਮੈਜ਼ਰ ਕਰ ਸਕਦੇ, ਕਿਉਂਕਿ ਆਪਾਂ ਰਿਵੀਜ਼ਨ ਕਰਦੇ ਪਏ ਆ ਤੇ ਆਪਾਂ ਨੇ ਸਭ ਨੇ ਪੜ੍ਹਿਆ, ਥੈਡੋਲਾਈਟ ਵੀ ਪੜ੍ਹ ਕੇ ਵੇਖਿਆ ਵਾ, ਤੇ ਆਪਾਂ ਨੇ ਮਤਲਬ ਉਹਦੇ ਵਿੱਚ ਇਹ ਸਿੱਖਿਆ ਵਾ ਵੀ ਥੈਡੋਲਾਈਟ ਨਾਲ ਆਪਾਂ ਸਿੱਧਾ ਐਂਗਲ ਪੜ੍ਹਦੇ ਹੁੰਦੇ ਸੀ, ਤੇ ਪਰ ਕੰਪਾਸ ਨਾਲ ਆਪਾਂ ਦੋ ਜਿਹੜੀਆਂ ਲਾਈਨਸ ਹੈਗੀਆਂ ਵਾ, ਰੈਫਰੈਂਸ ਪੁਆਇੰਟ ਨਾਲ ਬੇਅਰਿੰਗ ਕੱਢਦੇ ਆ, ਤੇ ਬੇਅਰਿੰਗ ਤੋਂ ਫਿਰ ਆਪਾਂ ਮਤਲਬ ਐਂਗਲਸ ਫਾਈਂਡ ਕਰਦੇ ਹਾਂ। ਸੋ ਕੰਪਾਸ ਨਾਲ ਫਿਰ ਆਪਾਂ ਰੈਫਰੈਂਸ ਪੁਆਇੰਟ ਤੋਂ ਆਪਾਂ ਬੇਅਰਿੰਗ ਪੜ੍ਹ ਕੇ, ਤੇ ਰੈਫਰੈਂਸ ਪੁਆਇੰਟ ਹੁੰਦਾ ਮਰੀਡੀਅਨ। ਮਰੀਡੀਅਨ ਵੀ ਦੇ ਬਾਰੇ ਵੀ ਗੱਲ ਕਰਾਂਗੇ ਆਪਾਂ ਕਿ ਮੈਗਨੈਟਿਕ ਮਰੀਡੀਅਨ, ਕੱਲੇ ਕੱਲੇ ਮਰੀਡੀਅਨ ਬਾਰੇ ਗੱਲ ਕਰਾਂਗੇ। ਹੁਣ ਵੇਖੋ ਮਰੀਡੀਅਨ ਹੈ ਕੀ ਚੀਜ਼ ਆ। ਮਰੀਡੀਅਨ ਦਾ ਮਤਲਬ ਇਹ ਹੈਗਾ ਵੀ ਧਰਤੀ ਗੋਲ ਆ ਤੇ ਧਰਤੀ ਦੇ ਧਰੁਵ ਹੈਗੇ ਨੇ ਨਾਰਥ ਤੇ ਸਾਊਥ ਪੋਲ। ਸੋ ਜਿਹੜੇ ਬੱਚਿਆਂ ਨੇ 10ਵੀਂ ਕਲਾਸ ਜਦੋਂ ਪੜ੍ਹ ਕੇ ਆਉਂਦੇ ਆ ਤੇ SST ਪੜ੍ਹਦੇ ਆ, ਉਹਦੇ ਵਿੱਚ ਮੈਪ ਹੁੰਦਾ ਤੇ ਗਲੋਬ ਹੁੰਦਾ, ਤੇ ਗਲੋਬ ਇੱਕ ਗੋਲ ਚੱਕਰ ਜਿਹਾ ਹੁੰਦਾ, ਉਹ ਜਿਹੜੇ ਕਿਨਾਰਿਆਂ ਦੇ ਆਲੇ ਦੁਆਲੇ ਘੁੰਮਦਾ ਉਹ ਧਰੁਵ ਹੋ ਗਏ, ਮਤਲਬ ਉਹਨਾਂ ਨੂੰ ਆਪਾਂ ਪੋਲਸ ਕਹਿੰਦੇ ਆ। ਤੋ ਨਾਰਥ ਤੇ ਸਾਊਥ ਪੋਲ, ਉਹਨਾਂ ਨੂੰ ਮਿਲਾਉਂਦੀ ਹੋਈ ਰੇਖਾ, ਇਟ ਇਜ਼ ਇਮੈਜਿਨਰੀ ਲਾਈਨ ਜੋਇਨਿੰਗ ਦਾ ਦੋ ਜਿਹੜੇ ਨਾਰਥ ਤੇ ਸਾਊਥ ਪੋਲ ਹੈਗੇ ਨੇ, ਉਹਨਾਂ ਨੂੰ ਮਿਲਾਉਂਦੀ ਹੋਈ ਰੇਖਾ ਜਿਹੜੀ ਆ ਉਹ ਤੁਹਾਡੀ ਮਰੀਡੀਅਨ ਕਹਾਉਂਦੀ ਹੈ। ਠੀਕ ਹੈ ਜੀ। ਸੋ ਇਹਨੂੰ ਪ੍ਰੈਕਟੀਕਲੀ ਕਰਨਾ ਹੋਵੇ ਤੇ ਤੁਸੀਂ ਹੁਣੇ ਕਰ ਸਕਦੇ ਆ ਕਿ ਤੁਸੀਂ ਮਤਲਬ ਆਪਣਾ ਸਾਰਿਆਂ ਨੇ ਕੜਾ ਪਹਿਨਿਆ ਹੋਊਗਾ ਤੇ ਕੜੇ ਨੂੰ ਮੇਜ਼ ਤੇ ਤੁਸੀਂ ਘੁਮਾਓਗੇ ਜ਼ੋਰ ਦੀ, ਤੇ ਤੁਹਾਨੂੰ ਵਿੱਚ ਇੱਕ ਲਾਈਨ ਨਜ਼ਰ ਆਊਗੀ, ਇੱਕ ਜਿਹੜੀ ਲਾਈਨ ਨਜ਼ਰ ਆਊਗੀ, ਐਕਸਸ ਨਜ਼ਰ ਆਊਗਾ। ਇਹਦਾ ਮਤਲਬ ਧਰਤੀ ਜਦੋਂ ਘੁੰਮਦੀ ਆ, ਧਰਤੀ ਆਪਣੀ ਧੁਰੀ ਦੁਆਲੇ ਘੁੰਮਦੀ ਆ। ਅਰਥ ਰਿਵੋਲਵ ਅਰਾਊਂਡ ਦੀ ਸਨ, ਕਿਉਂਕਿ ਅੰਗਰੇਜ਼ੀ ਵਾਲੇ ਵੀ ਅਧਿਆਪਕ ਸਾਨੂੰ ਪੜ੍ਹਾਉਂਦੇ ਹੁੰਦੇ ਸੀ, ਵਰਬਸ ਪੜ੍ਹਾਉਂਦੇ ਹੁੰਦੇ ਸੀ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ, ਅਰਥ ਰਿਵੋਲਵ ਅਰਾਊਂਡ ਦੀ ਸਨ, ਤੇ ਧਰਤੀ ਆਪਣੀ ਧੁਰੀ ਦੁਆਲੇ ਵੀ ਘੁੰਮਦੀ ਹੈ। ਇਹਦਾ ਮਤਲਬ ਜਿਹੜਾ ਧੁਰਾ ਵਾ
ਉਹ ਨਾਰਥ ਸਾਊਥ ਪੋਲ ਜਦੋਂ ਮਿਲਦਾ ਵਾ ਉਹਨੂੰ ਮਤਲਬ ਆਪਾਂ ਮਰੀਡੀਅਨ ਕਵਾਂਗੇ। ਇਹਦੀ ਮੈਂ ਗੱਲ ਗਾੜੀ ਕਰਦਾ ਵਾਂ, ਕੱਲੀ ਕੱਲੀ ਚੀਜ਼ ਤੁਹਾਨੂੰ ਦੱਸਦੇ ਆ। ਸੋ ਤੁਸੀਂ at the instrument station point is called magnetic bearing of the line, the angle between two lines, then ਆਪਾਂ ਫਿਰ ਕੈਲਕੂਲੇਟ ਕਰਦੇ ਹਾਂ ਐਂਗਲ ਨੂੰ ਜਿਹੜੀਆਂ ਬੇਅਰਿੰਗ ਦਿੱਤੀਆਂ ਹੁੰਦੀਆਂ। ਸੋ these are two forms of compass available। ਦੋ ਤਰ੍ਹਾਂ ਦੀ ਕੰਪਾਸ ਆ, ਇੱਕ ਪ੍ਰਿਜ਼ਮੈਟਿਕ ਕੰਪਾਸ ਆ, ਇੱਕ ਸਰਵੇਅਰ ਕੰਪਾਸ ਆ। ਦੋ ਤਰ੍ਹਾਂ ਦੀਆਂ ਕੰਪਾਸ ਸਾਡੇ ਕੋਲ ਹੈਗੀਆਂ ਵਾ। ਸੋ ਪਹਿਲਾਂ ਗੱਲ ਕਰਦੇ ਹਾਂ ਪ੍ਰਿਜ਼ਮੈਟਿਕ ਕੰਪਾਸ ਦੀ। ਆਹ ਫੋਟੋ ਤੁਸੀਂ ਪ੍ਰਿਜ਼ਮੈਟਿਕ ਕੰਪਾਸ ਦੀ ਵੇਖ ਰਹੇ ਆ, ਸਟੈਂਡ ਤੇ ਮੈਂ ਫਿੱਟ ਕੀਤੀ ਆ। ਇਹ ਤੁਸੀਂ ਆਪਣੇ ਕਾਲਜ ਦੇ ਵਿੱਚ ਜਦੋਂ ਲੈਕਚਰ ਦਿੱਤਾ ਹੋਊਗਾ ਤੁਹਾਡੇ ਟੀਚਰਸ ਨੇ ਤੇ ਸਟੂਡੈਂਟਸ ਨੇ ਦੇਖੀ ਹੋਊਗੀ। ਪ੍ਰਿਜ਼ਮੈਟਿਕ ਕੰਪਾਸ ਕੰਸਿਸਟ ਮੈਗਨੈਟਿਕ ਕੰਪਾਸ ਆ ਵਿਚ ਕੰਸਿਸਟ ਆਫ ਫੋਲੋਇੰਗ ਪਾਰਟਸ ਹੁੰਦੇ ਨੇ। ਉਹ ਪਹਿਲਾ ਪਾਰਟ ਆ ਗਿਆ ਸਿਲੰਡਰੀਕਲ ਮੈਟਲ ਬਾਕਸ। ਇੱਕ ਸਿਲੰਡਰੀਕਲ ਮੈਟਲ ਬਾਕਸ ਹੁੰਦਾ ਵਾ। ਸਿਲੰਡਰੀਕਲ ਮੈਟਲ ਬਾਕਸ ਜਿਹੜਾ ਵਾ ਇਹ ਡਾਇਆਮੀਟਰ 8 ਤੋਂ 12 ਸੈਂਟੀਮੀਟਰ ਡਾਇਆਮੀਟਰ 'ਚ ਹੁੰਦੀ ਆ। ਇਟ ਇਜ਼ ਪ੍ਰੋਟੈਕਟ ਦਾ ਕੰਪਾਸ ਫਰੋਮ ਐਂਟਾਇਰ ਕੇਸਿੰਗ or body of the compass, is protect compass from dust, rain and etc। मतलब ये box ਜਿਹੜਾ ਜਿਹੜੀ ਨੀਡਲਸ ਹੁੰਦੀ ਆ ਉਹਦੇ ਆਲੇ ਦੁਆਲੇ ਮਤਲਬ ਚੈਸਿੰਗ ਕੀਤੀ ਹੁੰਦੀ ਆ ਤਾਂ ਜੋ ਘੱਟਾ ਜਾਂ ਮੀਂਹ ਆ ਕੰਮ ਕਰਦੇ ਆ ਮਤਲਬ ਉਹਨੂੰ ਉਸ ਮਤਲਬ ਉਹਨੂੰ ਬਚਾ ਕੇ ਰੱਖਦਾ। ਤੋ ਜੀ ਪਿਵਟ, ਪਿਵਟ ਵੀ ਤੁਸੀਂ ਦੇਖੀ ਹੋਊਗੀ ਪਰ ਫੋਟੋ ਵਿੱਚ ਤੁਹਾਨੂੰ ਨਜ਼ਰ ਆਉਂਦੀ। ਪਿਵਟ ਕੀ ਚੀਜ਼ ਆ? ਪਿਵਟ ਇਜ਼ ਪ੍ਰੋਵਾਈਡਡ ਐਟ ਦਾ ਸੈਂਟਰ ਆਫ ਦਾ ਕੰਪਾਸ। ਕੰਪਾਸ ਦੇ ਸੈਂਟਰ 'ਚ ਹੁੰਦੀ ਆ। ਇਹ ਕੀ ਕਰਦੀ ਆ? ਜਿਹਦੇ ਤੇ ਜਿਹੜੀ ਨੀਡਲ ਆ ਫ੍ਰੀਲੀ ਸਸਪੈਂਡ ਹੁੰਦੀ। ਜਿਹੜੀ ਨੀਡਲ ਆ ਨਾਰਥ ਸਾਊਥ ਪੋਲ ਵਾਲੀ ਜਿਹੜੀ ਚੁੰਬਕੀ ਸੂਈ ਜਿਹਨੂੰ ਕਹਿੰਦੇ ਆਪਾਂ, ਉਹ ਉਹਦੇ ਤੇ ਮਤਲਬ ਸਸਪੈਂਡ ਹੁੰਦੀ ਆ। ਸੋ ਲਿਫਟਿੰਗ ਪਿੰਸ, ਲਿਫਟਿੰਗ ਲੀਵਰ। ਲਿਫਟਿੰਗ ਪਿਨ ਕੀ ਆ? ਪ੍ਰੋਵਾਈਡ ਜਸਟ ਬਿਲੋ ਦਾ ਸਾਈਟ ਵੇਨ। ਜਿਹੜੀ ਸਾਈਟ ਵੇਨ ਹੁੰਦੀ ਆ ਉੱਥੇ ਲਿਫਟਿੰਗ ਪਿਨ ਹੁੰਦੀ ਆ। ਸੋ ਵੈਨ ਦਾ ਸਾਈਟ ਵੇਨ ਇਜ਼ ਫੋਲਡ ਤੇ ਫਿਰ ਪ੍ਰੈਸ ਦਾ ਪ੍ਰੋਸੈਸ ਇਜ਼ ਲਿਫਟਿੰਗ। ਉਹ ਜਿਹੜੀ ਪਿੰਨ ਆ ਉਹਨੂੰ ਆਪਾਂ ਮਤਲਬ ਜਿਹੜਾ ਸਾਈਟ ਵੇਨ ਨੂੰ ਤਾਂ ਕਰਨਾ ਹੋਵੇ ਤੇ ਆਪਾਂ ਉਹਦੇ ਲਈ ਯੂਜ਼ ਕੀਤੀ ਜਾਂਦੀ ਆ। ਤੇ ਦਾ ਲਿਫਟਿੰਗ ਪਿਨ ਵਿਦ ਹੈਲਪ ਆਫ ਲਿਫਟਿੰਗ ਲੀਵਰ। ਉਹਦੇ ਨਾਲ ਇੱਕ ਲੀਵਰ ਲੱਗਾ ਹੁੰਦਾ ਜਿਹਨੂੰ ਫੜ ਕੇ ਤਾਂ ਕਰਦੇ ਆ। ਤੁਸੀਂ ਕੀਤਾ ਹੋਊਗਾ ਸਾਈਟ ਵੇਨ ਵਾਲੇ ਪਾਸੇ। ਸੋ ਇਹ ਜਿਹੜਾ ਮੈਗਨੈਟਿਕ ਨੀਡਲ ਜਿਹੜੀ ਆ ਆਊਟ ਆਫ ਪਿਵਟ ਪੁਆਇੰਟ ਟੂ ਬੀ ਪ੍ਰੀਵੈਂਟ ਡੈਮੇਜ ਟੂ ਪਿਵਟ ਹੈਡ। ਜਿਹੜਾ ਪਿਵਟ ਹੈਡ ਆ ਉਹਨੂੰ ਮਤਲਬ ਡੈਮੇਜ ਹੋਣ ਤੋਂ ਬਚਾਉਂਦੀ ਹੈ। ਸੋ ਸਪਰਿੰਗ ਬ੍ਰੇਕ ਔਰ ਬ੍ਰੇਕ ਪਿਨ। ਦੇਖੋ ਜਿਹੜਾ ਡੈਂਪ ਆਬਜੂਲੇਸ਼ਨ ਆਫ ਨੀਡਲ। ਆਬਜੂਲੇਸ਼ਨ ਹੁੰਦਾ ਵਾ ਜਦੋਂ ਰੋਟੇਟਰੀ ਮੋਸ਼ਨ ਆ, ਜਦੋਂ ਕੋਈ ਚੀਜ਼ ਹਿੱਲਦੀ ਆ ਮਤਲਬ ਉੱਪਰ ਥੱਲੇ ਹੁੰਦੀ ਆ ਮਤਲਬ ਅੱਗੇ ਪਿੱਛੇ ਹੁੰਦੀ ਆ। ਤੇ ਜਿਹਦਾ ਮਤਲਬ ਜਦੋਂ ਆਪਾਂ ਕੰਪਾਸ ਸੈੱਟ ਕਰ ਦਿੰਦੇ ਆ ਤੁਸੀਂ ਵੇਖਦੇ ਪਏ ਆ ਇਹਦੇ 'ਚ ਇੱਕ ਤੁਹਾਨੂੰ ਰਿੰਗ ਨਜ਼ਰ ਆਉਂਦਾ ਵਾ। ਉਹ ਰਿੰਗ ਉੱਪਰ ਥੱਲੇ ਨੂੰ ਹੁੰਦਾ ਜਿੱਦਾਂ ਪਾਣੀ ਦੀਆਂ ਲਹਿਰਾਂ ਤਾਂ ਹੁੰਦੀਆਂ ਨਾ। ਸੋ ਇਹਦਾ ਮਤਲਬ ਉਹਨੂੰ ਆਪਾਂ ਸਟਾਪ ਕਰਨ ਵਾਸਤੇ ਬ੍ਰਿੰਗ ਟੂ ਰੈਸਟ ਕੁਇਕਲੀ ਮਤਲਬ ਵੀ ਉਹ ਇੱਕਦਮ ਰੈਸਟ ਹੋ ਜੇ, ਹਿੱਲ ਜੇ, ਉਹਦੀ ਖਤਮ ਹੋ ਜੇ। ਦਾ ਸਾਈਟ ਸਪਰਿੰਗ ਬ੍ਰੇਕ ਲੱਗੀ ਹੁੰਦੀ ਆ ਜਿਹਨੂੰ ਆਪਾਂ ਨੱਪ ਦਿੰਦੇ ਇਨਸਾਈਡ। ਉਹ ਫਿਰ ਬਾਕਸ ਦੇ ਅੰਦਰ ਜੋ ਜਾ ਕੇ ਫਿਰ ਉਹ ਜਿਹੜਾ ਰਿੰਗ ਹੁੰਦਾ ਗੋਲ ਉਹਨੂੰ ਉਹ ਫਿਰ ਉਹ ਸਟਾਪ ਕਰ ਦਿੰਦਾ ਤੇ ਉਹਦੇ ਨਾਲ ਫਿਰ ਉਹ ਮਤਲਬ ਉਹਨੂੰ ਆਪਾਂ ਬ੍ਰੇਕ ਪਿਨ ਕਹਿੰਦੇ ਆ। ਸੋ ਇਹ ਜੈਂਟਲੀ ਪ੍ਰੋਸੈਸਿੰਗ ਦਾ ਇਨਵਾਰਡ ਮਤਲਬ ਉਹ ਬ੍ਰੇਕ ਪਿਨ ਜਿਹੜੀ ਅੰਦਰ ਵੱਲ ਨੂੰ ਆਪਾਂ ਜਦੋਂ ਜਦੋਂ ਬਾਹਰੋਂ ਇੱਕ ਪਿਨ ਜੀ ਹੁੰਦੀ ਉਹਨੂੰ ਨੱਪੀ ਦਾ। ਮੇਰੇ ਖਿਆਲ ਸਾਰਿਆਂ ਨੇ ਪ੍ਰੈਕਟੀਕਲੀ ਕੀਤਾ ਵੀ ਹੋਊਗਾ। ਤੇ ਉਹ ਜਿਹੜਾ ਤੁਹਾਡਾ ਰਿੰਗ ਹੁੰਦਾ ਵਾ ਸਰਕੂਲਰ ਜਿਹੜਾ ਗ੍ਰੈਜੂਏਟ ਰਿੰਗ ਆ ਉਹ ਫਿਰ ਇੱਕ ਜਗ੍ਹਾ ਤੇ ਸਟੇਬਲ ਹੋ ਜਾਂਦਾ ਵਾ। ਲਓ ਜੀ ਇਸ ਤੋਂ ਬਾਅਦ ਮੈਗਨੈਟਿਕ ਨੀਡਲ। ਤੋਂ ਮੈਗਨੈਟਿਕ ਨੀਡਲ ਜਿਹੜੀ ਆ ਇਸ ਦਾ ਹਾਰਟ ਆਫ ਦਾ ਇੰਸਟਰੂਮੈਂਟ। ਜਿਹੜੀ ਮੈਗਨੈਟਿਕ ਨੀਡਲ ਆ ਉਹ ਇੰਸਟਰੂਮੈਂਟ ਦਾ ਦਿਲ ਹੁੰਦਾ ਮਤਲਬ ਹਾਰਟ। ਦਿਸ ਨੀਡਲ ਮੇਜਰ ਐਂਗਲ ਆਫ ਲਾਈਨ ਫਰੋਮ ਦਾ ਮੈਗਨੈਟਿਕ ਮਰੀਡੀਅਨ। ਇਹ ਮੈਗਨੈਟਿਕ ਜਿਹੜਾ ਮਰੀਡੀਅਨ ਆ, ਹੁਣ ਮਰੀਡੀਅਨ ਕੀ ਚੀਜ਼ ਹੀ ਤੁਹਾਨੂੰ ਦੱਸਦੀ ਨਾਰਥ ਤੇ ਸਾਊਥ ਪੋਲ। ਹੁਣ ਜਿਹੜਾ ਮੈਗਨੈਟਿਕ ਮਰੀਡੀਅਨ ਆ ਚੁੰਬਕੀ ਸੂਈ ਜਦੋਂ ਇੱਕ ਮਤਲਬ ਜਗ੍ਹਾ ਤੇ ਸਥਿਰ ਹੋ ਜਾਂਦੀ ਆ ਤੇ ਉਹ ਜਿਹੜੀ ਨਾਰਥ ਸਾਊਥ ਪੋਲ ਆ ਉਹਦਾ ਮੈਗਨੈਟਿਕ ਦਾ ਉਹਨੂੰ ਆਪਾਂ ਮਤਲਬ ਮੈਗਨੈਟਿਕ ਮਰੀਡੀਅਨ ਕਹਿੰਦੇ ਆ। ਸੋ ਮੈਂ ਇਹਦੀ ਤੁਹਾਨੂੰ ਫਿਗਰ ਵੀ ਅੱਗੇ ਦਿਖਾਉਣਾ ਵਾ। ਤੇ ਆ ਨੀਡਲ ਆਲਵੇਜ਼ ਰਿਮੇਨ ਪੁਆਇੰਟਡ ਟੁਵਾਰਡ ਸਾਊਥ ਐਂਡ ਉਹ ਹੈਗਾ ਨਾਰਥ ਤੇ ਸਾਊਥ ਵਾਲੇ ਪਾਸੇ ਜਿਹੜੀ ਰਹਿੰਦੀ ਆ। ਤੇ ਪੋਲ ਐਟ ਦਾ ਟੂ ਐਂਡ ਆਫ ਦਾ ਨੀਡਲ ਵੈਨ ਫ੍ਰੀਲੀ ਸਸਪੈਂਡਡ। ਜਦੋਂ ਆਪਾਂ ਫ੍ਰੀਲੀ ਸਸਪੈਂਡ ਕਰਦੇ ਹਾਂ ਪਿਵਟ ਦੇ ਉੱਪਰ ਤੇ ਮਤਲਬ ਉਹ ਜਿਹੜੀ ਨੀਡਲ ਆ ਉਹ ਫਿਰ ਇੱਕ ਜਗ੍ਹਾ ਤੇ ਤੁਸੀਂ ਇੱਦਾਂ ਵੇਖੀ ਹੋਊਗੀ ਉਹ ਫਿਰ ਨੀਡਲ ਜਿਹੜੀ ਆ ਉਹ ਕਿੰਨਾ ਡਿਗਰੀ ਜਿਹੜੀ ਐਂਗਲ ਉਹ ਮਤਲਬ ਜਿਹੜੀ ਮੈਗਨੈਟਿਕ ਮਰੀਡੀਅਨ ਨਾਲ ਬਣਾਉਂਦੀ ਆ ਉਹਦੇ ਨਾਲ ਫਿਰ ਆਪਾਂ ਬੇਅਰਿੰਗ ਪੜੀ ਜਾਂਦੀ ਹੈ। ਸੋ ਗ੍ਰੈਜੂਏਟ ਸਰਕਲ ਜਿਹੜਾ ਗ੍ਰੈਜੂਏਟ ਸਰਕਲ ਆ ਇਟ ਇਜ਼ ਅਲੂਮੀਨੀਅਮ
ग्रैजुएट हुंदा वा जिहदे च 0 तो लैके 360 डिग्री तक मार्किंग की हुंदी आ। तो एक जिहड़ी लाइन आ उहनूं 1 डिग्री कहा जांदा। इस तो बाद एक लाइन दे विच 2 हिस्से कीते हुंदे आ क्योंकि डिग्री दे मिनट भी आपां लैंदे। So to measure all the possible bearing of the line and attached with the magnetic needle ਤੇ ਇਹਦੇ ਨਾਲ ਫਿਰ magnetic needle ਦੇ ਨਾਲ ਅਟੈਚ ਆ। the ring is graduate to half मतलब ਇਹ ਜਿਹੜਾ ਰਿੰਗ ਆ ਉਹ ਆਪਾਂ ਇੱਕ ਜਿਹੜੀ ਡਿਗਰੀ ਆ ਉਹਦਾ ਅੱਧਾ ਡਿਗਰੀ ਮੀਨਸ 60 ਡਿਗਰੀ 60 ਮਿੰਟ ਸੌਰੀ ਜਿਹੜਾ ਵਾ 1 ਡਿਗਰੀ ਹੋ ਗਏ ਤੇ ਅੱਧਾ ਜਿਹੜਾ ਉਹਦਾ ਡਿਗਰੀ ਦਾ ਹੋ ਗਿਆ 30 ਮਿੰਟ ਤੱਕ ਆਪਾਂ ਉਹਦਾ ਐਂਗਲ ਪੜ ਲੈਂਦੇ ਹਾਂ। लो जी अगे आ गई प्रिज्म। ये प्रिज्म लगा होंदा वा जिहड़ा प्रिज्म तदे इहदा नाम प्रिज्मैटिक कंपास आ। सो प्रिज्म जिहड़ा वा इहदे विच की हैगा प्रिज्म इज यूज्ड टू रीड ग्रेजुएशन ऑन द रिंग टू टेक एग्जैक्ट रीडिंग बाय द कंपास। इट इज प्लेस्ड एग्जैक्टली opposite to the object vein दे बिल्कुल opposite the prism height प्रोटेक्टेड जो प्रिज्म आ वो मतलब उन्होंने प्रोटेक्ट करने वास्ते भी घट्टा वगैरह ना लगे। जो प्रिज्म के थले एक कैप लगा होंदा तुसीं देखिया होगा ते वो कैप नूं आपां जदों कर दांगे तो फिर जिहड़ा घट्टा मिट्टी जिहड़ा वा जदों काम करदे आ जिहड़ा डस्ट आ उत्ते नहीं जंबड़ूगी तो फिर वधिया आपां साइड कर सकदे आ मॉइस्चर तो भी उहनूं बचाउंदा। सो ऑब्जेक्ट वेन की आ देखो लिखिया ऑब्जेक्ट वेन इज डायमीट्रिकली opposite टू द प्रिज्म एंड आई वेन। मतलब जी आई वेन से प्रिज्म लगा वा डायमीट्रिकली मीनस बिल्कुल जी लाइन जो सीधी खिंची उतों तो सेंटर तो लंघ के जाऊगी बिल्कुल वो ओपोजिट होगी उत्थे फिर वो ऑब्जेक्ट वेन होंदी आ। तो ऑब्जेक्ट वेन इज कैरिंग ए हॉर्स हेयर और ब्लैक थिन वायर होंदी उहदे विच लगा दा धागा ते जिहड़ा फिर आपां ऑब्जेक्ट दे नाल साइड करके उहनूं अरेंज करके फिर उहदा जिहड़ा ऑब्जेक्ट आ ਜਾਂ ਜਿਹੜਾ ਸਟੇਸ਼ਨ ਆ ਉਹਦੀ ਫਿਰ ਆਪਾਂ ਬੇਅਰਿੰਗ ਪੜਨੀ। ਸੋ ਆਈ ਵੇਨ ਇਜ਼ ਫਾਈਨ ਸਿਲਟ ਪ੍ਰੋਵਾਈਡਡ ਵਿਦ ਦਾ ਆਈ ਹੋਲ ਐਟ ਦਾ ਬਾਟਮ ਟੂ ਬਾਈਸੈਕਟ ਦਾ ਆਬਜੈਕਟ ਫਰੋਮ ਦਾ ਸਿਲਟ। ਮਤਲਬ ਜਿਹੜੀ ਸਿਲਟ ਹੁੰਦੀ ਹੈ ਉਹਦੇ ਦਿੱਤੀ ਹੁੰਦੀ ਹੈ ਇੱਕ ਉਹ ਸਲਿਟ ਦੇ ਵਿੱਚ ਆਪਾਂ ਵੇਖਦੇ ਆ ਤੇ ਫਿਰ ਉਹਦੇ ਨਾਲ ਆਪਾਂ ਆਬਜੈਕਟ ਨੂੰ ਵੀ ਸਾਈਡ ਕਰਦੇ ਆ ਤੇ ਨਾਲ ਜਿਹੜੀ ਉਹਦੀ ਬੇਅਰਿੰਗ ਆ ਜਾਂ ਜਿਹੜੀ ਇਹਦੀ ਰੀਡਿੰਗ ਆ ਉਹਨੂੰ ਵੀ ਆਪਾਂ ਪ੍ਰਿਜ਼ਮ ਦੇ ਨਾਲ ਜੋ ਥੱਲੇ ਵੇਖਦੇ ਆ ਤੇ ਉਹ ਰੀਡਿੰਗ ਜਿਹੜੀ ਹੈ ਸਾਈਮਲਟੇਨੀਅਸਲੀ ਪੜ੍ਹਦੇ ਆ from the eye hole. This eye vein is provided with prism can be fitted up and down. Prism ਨੂੰ ਆਪਾਂ up and down ਕਰ ਸਕਦੇ ਹਾਂ by stud to the bisect the object। ਮਤਲਬ ਜਿਹੜਾ object ਆ ਉਹ ਹਾਇਰ ਲੈਵਲ ਤੇ ਆ ਜਾਂ ਉਹਨੂੰ ਜਦੋਂ ਪੜ੍ਹਨਾ ਹੋਵੇ ਤਾਂ ਉੱਪਰ ਥੱਲੇ ਆਪਾਂ ਨੂੰ ਕਰ ਸਕਦੇ। ਉਹ ਸਾਰੇ ਜਿਹੜੇ ਪਾਰਟਸ ਹੈ ਇਹ ਤੁਸੀਂ ਦੇਖੇ ਹੋਣਗੇ ਸਾਰਿਆਂ ਨੇ। ਇਸ ਤੋਂ ਬਾਅਦ ਗਲਾਸ ਕਵਰ ਇਟ ਇਜ਼ ਏ ਕਵਰ ਗਲਾਸ ਹੋ ਗਿਆ शीशा। ਤੁਸੀਂ ਇਹ ਫੋਟੋ ਵੇਖ ਰਹੇ ਵੇਖੋ ਉੱਤੇ शीशा ਲੱਗਾ ਵਾ ਇਹ ਇੰਸਟਰੂਮੈਂਟ ਤੇ ਲੱਗਾ ਹੁੰਦਾ ਤਾਂ ਜੋ ਜਿਹੜਾ ਟੌਪ ਸੱਚ ਨੀਡਲ ਆ ਉਹ ਗ੍ਰੈਜੂਏਟ ਰਿੰਗ ਆ ਉਹਨੂੰ ਮਤਲਬ ਆਪਾਂ ਉਹਦੀ ਸੇਫਟੀ ਹੈਗੀ ਸੋ ਇਹਨੂੰ ਕਵਰ ਕਰਕੇ ਰੱਖਦਾ। ਸੋ ਸਨ ਗਲਾਸ ਲੱਗੇ ਹੁੰਦੇ ਆ ਉਹ ਤੁਸੀਂ ਦੇਖੋਗੇ ਕਈ ਵਾਰੀ ਜੋ ਜਿਨ੍ਹਾਂ ਨੇ ਯੂਜ਼ ਕੀਤੀ ਕੰਪਾਸ ਉਹਨਾਂ ਨੂੰ ਯਾਦ ਆ ਗਿਆ ਹੋਊਗਾ ਵੀ ਜਿਹੜੀ ਆਈ ਵੇਨ ਵਾਲੇ ਪਾਸੇ ਜਿੱਥੇ ਪ੍ਰਿਜ਼ਮ ਲੱਗਾ ਹੁੰਦਾ ਉਧਰਲੇ ਬੰਨੇ 2-3 ਸ਼ੀਸ਼ੇ ਲੱਗੇ ਹੁੰਦੇ ਆ। ਉਹ ਕੋਈ ਹਰੇ ਰੰਗ ਚ ਹੁੰਦਾ ਵਾ ਕੋਈ ਵਾਰੀ ਨੀਲੇ ਰੰਗ ਚ ਹੁੰਦਾ ਵਾ ਪੀਲੇ ਰੰਗ ਚ ਹੁੰਦੇ ਆ। ਉਹ ਜਿਹੜੇ ਤੁਹਾਡੇ ਸਨ ਗਲਾਸ ਹੁੰਦੇ ਨੇ ਉਹ ਮਤਲਬ 2-3 ਕਲਰਾਂ ਦੇ ਵਿੱਚ ਹੁੰਦੇ ਆ। ਉਹ ਕਾਹਦੇ ਵਾਸਤੇ ਹੁੰਦੇ ਆ ਮਤਲਬ ਜਿੱਦਾਂ ਲਿਖਿਆ ਨਾ the placed in front of the eyepiece silt and in bunch of 3। bunch ਮੈਨੇ ਹੋਗਾ ਗੁੱਛਾ ਬੰਚ ਮੈਨੇ ਹੋ ਗਿਆ ਗੁੱਛਾ ਜਿੱਦਾਂ ਚਾਬੀਆਂ ਦਾ ਗੁੱਛਾ ਵਾ ਇਸ ਤਰ੍ਹਾਂ ਉਹ ਸ਼ੀਸ਼ਿਆਂ ਦਾ ਮਤਲਬ 2-3 ਇਕੱਠੇ ਇੱਕ ਮਤਲਬ ਬੱਚੇ ਹੁੰਦੇ ਆ ਤੇ ਉਹ ਕੀ ਕਰਦੇ ਆ ਵੀ ਜੇ ਆਪਾਂ ਕਈ ਵਾਰੀ ਧੁੱਪੇ ਕੰਮ ਕਰਦੇ ਆ ਤੇ ਫਿਰ ਆਪਾਂ ਜਿਹੜੀ ਇਮੇਜ ਆ ਉਹ ਸ਼ਾਰਪ ਬਿਲਕੁਲ ਸ਼ਾਰਪ ਇਮੇਜ ਦਿਖੇ ਕਿਹੜੀ ਭਲਾ ਆਬਜੈਕਟ ਦੀ ਤੇ ਤੋਂ ਫਿਰ ਜਿਹੜਾ ਆਪਾਂ ਸਨ ਗਲਾਸ ਅੱਗੇ ਲਾਉਂਦੇ ਆ ਸੋ ਆਬਜੈਕਟ ਫਿਰ ਸਾਨੂੰ ਵਧੀਆ ਦਿਖੂਗਾ। ਇਸ ਤੋਂ ਬਾਅਦ ਰਿਫਲੈਕਟਿੰਗ ਮਿਰਰ ਅਗਲੇ ਬੰਨੇ ਤੁਸੀਂ ਜਿੱਥੇ ਦੇਖਦੇ ਯੂਜ਼ ਟੂ ਗੈਟ ਇਮੇਜ ਐਟ ਦਾ ਆਬਜੈਕਟ ਵੇਨ ਜਿਹੜੀ ਆ ਉੱਥੇ ਫਿਰ ਆਬਜੈਕਟ ਮਿਰਰ ਲੱਗਾ ਸ਼ੀਸ਼ਾ ਤੇ ਉਹ ਕੀ ਕਰਦਾ ਵਾ ਉਹ ਮਤਲਬ ਲੋਕੇਟਡ ਅਬਵ ਔਰ ਬਿਲੋ ਉਹਦੇ ਉੱਪਰ ਥੱਲੇ ਹੋ ਜਾਂਦਾ ਵਾ ਦਾ ਇੰਸਟਰੂਮੈਂਟ ਲੈਵਲ ਵਾਈਲ ਬਾਈਸੈਕਸ਼ਨ ਇਟ ਪਲੇਸਡ ਔਨ ਦਾ ਆਬਜੈਕਟ ਵੇਨ ਦੇ ਉੱਪਰ ਇਹ ਲੱਗਾ ਹੁੰਦਾ। लो जी इस तो बाद गल आ गई टैंपरेरी एडजस्टमेंट ऑफ प्रिज्मैटिक कंपास। तो प्रिज्मैटिक कंपास दी आपां टैंपरेरी एडजस्टमेंट करनी मतलब हुण प्रिज्मैटिक कंपास के पार्ट्स पता लग गए मतलब जिन्ने भी साडे स्टूडेंट्स ने सिविल इंजीनियरिंग
ਟ੍ਰੇਡ ਨਾਲ ਬਿਲੋਂਗ ਕਰਦੇ ਆ। ਸੋ ਸਾਰੇ ਜਿਹੜੇ ਕੰਪਾਸ ਦੇ ਪਾਰਟਸ ਆ ਉਹਨਾਂ ਨੂੰ ਇਕੱਲੇ ਇਕੱਲੇ ਪਤਾ ਹੋਣੇ ਚਾਹੀਦੇ। ਸੋ ਤੁਸੀਂ ਫਿਰ ਵੀ ਜੇ ਡਾਊਟ ਹੋਵੇ ਤੇ ਮੇਰਾ ਨੰਬਰ ਆ ਜਾਂ ਆਪਣੇ ਜਿਹੜੇ ਸਤਿਕਾਰਯੋਗ ਇੰਸਟ੍ਰਕਟਰ ਸਾਹਿਬਾਨ ਨੇ ਸਾਰੇ ਬੜੇ ਐਕਸਪਰਟ ਨੇ, ਉਹਨਾਂ ਕੋਲੋਂ ਉਹ ਪੁੱਛ ਸਕਦੇ ਨੇ। ਸੋ ਪ੍ਰਿਜ਼ਮੈਟਿਕ ਕੰਪਾਸ ਜਦੋਂ ਆਪਾਂ ਮਤਲਬ ਕੋਈ ਵੀ ਕੰਮ ਕਰਦੇ ਆ ਤੇ ਹਰ ਇੰਸਟਰੂਮੈਂਟ ਦੀ ਆਪਾਂ ਐਡਜਸਟਮੈਂਟ ਕੀਤੀ ਜਾਂਦੀ ਹੈ। ਸੋ ਪ੍ਰਿਜ਼ਮੈਟਿਕ ਕੰਪਾਸ ਦੇ ਵਾਸਤੇ ਆਪਾਂ ਐਡਜਸਟਮੈਂਟ ਜਿਹੜੀ ਕੀਤੀ ਹੋਊਗੀ, ਕੰਪਾਸ ਸਭ ਨੇ ਐਡਜਸਟ ਕਰਕੇ ਦੇਖੀ ਹੋਊਗੀ, ਸਭ ਤੋਂ ਪਹਿਲਾਂ ਉਹਦੀ ਸੈਂਟਰਿੰਗ ਕੀਤੀ ਜਾਂਦੀ ਆ। ਉਹ ਸੈਂਟਰਿੰਗ ਦਾ ਮਤਲਬ ਇਹ ਹੁੰਦਾ ਵਾ ਕਿ ਸੈਂਟਰਿੰਗ ਇਜ਼ ਆਪਰੇਸ਼ਨ ਵਿਚ ਕੰਪਾਸ ਇਜ਼ ਕੈਪਟ ਐਗਜ਼ੈਕਟਲੀ ਓਵਰ ਦਾ ਸਟੇਸ਼ਨ। ਮਤਲਬ ਜਿਹੜੀ ਕੰਪਾਸ ਆ ਬਿਲਕੁਲ ਸਟੇਸ਼ਨ ਦੇ ਉੱਪਰ ਆ ਜੇ। ਸੋ ਇਹਨੂੰ ਕਰਨ ਵਾਸਤੇ ਕੀ ਕਰਦੇ ਸੀ ਆਪਾਂ, ਤੁਹਾਨੂੰ ਯਾਦ ਹੋਊਗਾ ਵੀ ਕੰਪਾਸ ਆਪਾਂ ਜਦੋਂ ਟ੍ਰਾਈਪੋਡ ਸਟੈਂਡ ਤੇ ਲਾਤੀ ਤੇ ਉਸ ਤੋਂ ਬਾਅਦ ਉਹਦੇ ਮਤਲਬ ਜਿੱਥੇ ਸੈਂਟਰ ਤੇ ਆਪਾਂ ਇੱਕ ਸਟੋਨ ਰਿਹਾ, ਇੱਕ ਮਤਲਬ ਛੋਟਾ ਜਿਹਾ ਪੈਬਲ ਰੋੜਾ ਜਾਂ ਬੀਟਾ ਜਿਹਾ ਲੈ ਕੇ ਉਹਨੂੰ ਆਪਾਂ ਹੱਥ ਨਾਲ ਉੱਤੇ ਲਾ ਕੇ ਥੱਲੇ ਸੁੱਟੀ ਦਾ ਸੀ, ਤੇ ਜਿੱਥੇ ਸਟੇਸ਼ਨ ਸੀ ਜਾਂ ਮਤਲਬ ਆਪਾਂ ਕ੍ਰਾਸ ਮਾਰਕ ਕੀਤਾ ਹੁੰਦਾ ਸੀ ਜਾਂ ਉੱਥੇ ਪੈਗ ਲੱਗਾ ਹੁੰਦਾ ਸੀ ਜਾਂ ਉੱਥੇ ਸ਼ੇਕ ਹੁੰਦਾ ਸੀ, ਤੇ ਉਹ ਜਿਹੜਾ ਸਟੋਨ ਹੀ ਛੋਟਾ ਜਿਹਾ ਉਹਦੇ ਵਿੱਚ ਡਿੱਗ ਪੈਂਦਾ ਸੀ। ਜੇ ਉਹਦੇ ਵਿੱਚ ਡਿੱਗ ਪੈਂਦਾ ਸੀ ਜਾਂ ਕ੍ਰਾਸ ਹੇਅਰ ਨਿਸ਼ਾਨ ਤੇ ਉੱਪਰ ਬਿਲਕੁਲ ਆਉਂਦਾ ਸੀਗਾ, ਇਹਦਾ ਮਤਲਬ ਵੀ ਸਾਡੀ ਜਿਹੜੀ ਕੰਪਾਸ ਆ ਉਹ ਬਿਲਕੁਲ ਸਟੇਸ਼ਨ ਦੇ ਉੱਪਰ ਆ, ਮਤਲਬ ਸੈਂਟਰਿੰਗ ਉਹਦੀ ਹੋ ਗਈ ਹੈ। ਸੋ ਸੈਂਟਰਿੰਗ ਆਪਾਂ ਇਦਾਂ ਕਰਦੇ। ਮਤਲਬ ਇਹਦੇ ਵਿੱਚ ਸੈਂਟਰਿੰਗ ਵਾਸਤੇ ਪਲਮ ਬੋਬ ਨਹੀਂ ਲਮਕਾਉਂਦੇ ਆਪਾਂ, ਸਟੋਨ ਨੂੰ ਮਤਲਬ ਦੋਵਾਂ ਹੱਥਾਂ ਨਾਲ ਫੜ ਕੇ ਮਤਲਬ ਸੈਂਟਰ ਤੇ ਲਾ ਕੇ ਕੰਪਾਸ ਦੇ ਤੇ ਉੱਥੋਂ ਥੱਲੇ ਛੱਡੀਦਾ ਸੀ, ਤੇ ਜਿਹੜਾ ਸਟੋਨ ਸੀ ਉਹ ਫਿਰ ਅੰਡਰ ਐਕਸ਼ਨ ਆਫ ਗ੍ਰੈਵਿਟੀ, ਮਤਲਬ ਗ੍ਰੈਵਿਟੀ ਦੇ ਕਾਰਨ ਥੱਲੇ ਡਿੱਗਦਾ ਸੀ, ਤੇ ਜੇ ਨਿਸ਼ਾਨ ਦੇ ਉੱਪਰ ਡਿੱਗਦਾ ਸੀ, ਕ੍ਰਾਸ ਜਿੱਥੇ ਲੱਗਾ ਸੀ ਜਾਂ ਪੈਗ ਦੇ ਸੈਂਟਰ 'ਚ ਜਾਂ ਥੋੜਾ ਸ਼ੇਕ ਉਹਦੇ ਵਿੱਚ ਪੈ ਜਾਂਦਾ ਸੀਗਾ, ਇਟ ਮੀਨਸ ਆਪਾਂ ਸੋਚਦੇ ਵੀ ਇਹ ਕੰਪਾਸ ਸੈਂਟਰ ਹੋ ਗਈ। ਜੇ ਨਹੀਂ ਹੁੰਦਾ ਸੀ ਤੇ ਫਿਰ ਆਪਾਂ ਜਿਹੜਾ ਸਟੈਂਡ ਸੀ ਉਹਨੂੰ ਅੱਗੇ ਪਿੱਛੇ ਉਹਦੀ ਐਡਜਸਟਮੈਂਟ ਕਰਦੇ ਸੀ ਤੇ ਤਾਂ ਜੋ ਹੋ ਜਾਏ। ਫਿਰ ਲੈਵਲਿੰਗ ਜਿਹੜੀ ਸੀ ਨਾ ਉਹ ਕਿੱਦਾਂ ਕਰਦੇ ਸੀ ਕਿ ਆਪਾਂ ਇਹਦੇ ਵਿੱਚ ਜਿੱਦਾਂ ਲਿਖਿਆ ਵਾ ਵੀ ਲੈਵਲਿੰਗ ਇਜ਼ ਆਫ ਦਾ ਕੰਪਾਸ ਇਜ਼ ਡਨ ਵਿਦ ਦਾ ਏਮ ਟੂ। ਜਿਹੜੀ ਹੁਣ ਲੈਵਲਿੰਗ ਕਿਉਂ ਕਰਦੇ ਆ, ਕਿਉਂਕਿ ਜਿਹੜੀ ਨੀਡਲ ਆ ਜਾਂ ਜਿਹੜਾ ਗ੍ਰੈਜੂਏਟ ਰਿੰਗ ਹੈਗਾ ਵਾ, ਮਤਲਬ ਉਹ ਅੰਦਰ ਫ੍ਰੀਲੀ ਮਤਲਬ ਸਵਿੰਗ ਕਰੇ, ਮਤਲਬ ਫ੍ਰੀਲੀ ਨੀਡਲ ਹੋ ਜੇ। ਜੇ ਇੱਕ ਬੰਦੇ ਨੂੰ ਲੈਵਲ ਨਹੀਂ ਹੋਗੀ ਤੇ ਨੀਡਲ ਇੱਕ ਬੰਦੇ ਨੂੰ ਝੁਕ ਜੂਗੀ। ਇਹਦੇ ਬਾਰੇ ਵੀ ਆਪਾਂ ਅਗਲੇ ਲੈਕਚਰ 'ਚ ਗੱਲ ਕਰਾਂਗੇ। ਡਿਪ ਆਫ ਨੀਡਲ ਜਿੱਦਾਂ ਹੁੰਦਾ ਤੇ ਉਹ ਮਤਲਬ ਗ੍ਰੈਜੂਏਟ ਸਰਕਲ ਜਿਹੜਾ ਵਾ ਉਹ ਪ੍ਰਿਜ਼ਮੈਟਿਕ ਕੰਪਾਸ ਦਾ ਫਿਰ ਅਸਲੀ ਬੇਰਿੰਗ ਜਿਹੜੀ ਪੜੀ ਨਹੀਂ ਜਾਊਗੀ। ਸੋ ਇਹਨੂੰ ਕਰਨ ਵਾਸਤੇ ਕੀ ਹੁੰਦਾ ਸੀ, ਜਿਹੜੀ ਤੁਹਾਡੀ ਕੰਪਾਸ ਸੀ ਉਹਦੇ ਵਿੱਚ ਬਾਲ ਐਂਡ ਸੌਕਟ ਅਰੇਂਜਮੈਂਟ ਹੁੰਦਾ ਹੈ। ਹੁਣ ਜਿਹੜਾ ਸ਼ਬਦ ਮੈਂ ਬੋਲਿਆ ਨਾ ਬਾਲ ਐਂਡ ਸੌਕਟ ਅਰੇਂਜਮੈਂਟ, ਹੁਣ ਬਾਲ ਐਂਡ ਸੌਕਟਮੈਂਟ, ਬਾਲ ਹੋ ਗਿਆ ਗੇਂਦ ਜਿੱਦਾਂ, ਸੌਕਟ। ਹੁਣ ਇਹਨੂੰ ਸਮਝਾਉਣ ਵਾਸਤੇ ਆਪਾਂ ਮਤਲਬ ਆਪਣੀ ਸਾਰੇ ਜਣੇ ਸੋਚ ਜਿਹੜੀ ਆ ਨਾ, ਆਪਣੇ ਅੱਜ ਕੱਲ੍ਹ ਚਲੋ ਸਕੂਟਰ ਤੇ ਚੱਲਦੇ ਘੱਟ ਆ, ਆਪਾਂ ਮੋਟਰਸਾਈਕਲ ਦੀ ਗੱਲ ਕਰ ਦਿੰਦੇ ਹਾਂ। ਮੁੰਡੇ ਤੇ ਕੀ ਕਰਦੇ ਵੀ ਜਿਹੜਾ ਸਾਈਟਿੰਗ ਮਿਰਰ ਹੁੰਦੇ ਆ ਨਾ, ਉਹ ਕਹਿੰਦੇ ਇਹ ਨਹੀਂ ਚੰਗੇ ਲੱਗਦੇ, ਕਿਉਂਕਿ ਕੰਪਨੀ ਵਾਲਿਆਂ 2 ਸ਼ੀਸ਼ੇ ਲਾਏ ਹੁੰਦੇ ਆ ਵੀ ਇਧਰੋਂ ਕੋਈ ਚੀਜ਼ ਆਉਂਦੀ ਹੈ ਤੇ ਇਧਰੋਂ ਤਾਂ ਆਪਾਂ ਬਚਾਅ ਕਰ ਲਈਏ, ਮਗਰੋਂ ਵੇਖ ਲਈਏ। ਪਰ ਅਸੀਂ ਕਹਿੰਦੇ ਨਹੀਂ ਆਪਾਂ ਬਚਾਅ ਨਹੀਂ ਕਰਨਾ, ਆਪਾਂ ਤੇ 2 ਸ਼ੀਸ਼ੇ ਲਾ ਦੇਣੇ। ਪਰ ਤੁਹਾਨੂੰ ਮੈਂ ਉਹਦੇ ਤੋਂ ਐਗਜ਼ਾਮਪਲ ਇਹ ਦੇ ਰਿਹਾ ਵੀ ਉਹ ਜਿਹੜਾ ਸ਼ੀਸ਼ਾ ਲੱਗਾ ਹੁੰਦਾ ਵਾ, ਉਹ ਜਿਹੜਾ ਪਿਛਲੇ ਸਾਈਟਿੰਗ ਮਿਰਰ ਹੁੰਦਾ ਵਾ ਮੋਟਰਸਾਈਕਲ ਜਾਂ ਸਕੂਟਰ ਜਾਂ ਕੋਈ ਵਾਹੀਕਲ ਹੁੰਦਾ, ਉਹ ਸ਼ੀਸ਼ਾ ਅੱਗੇ ਪਿੱਛੇ ਕਰਨਾ ਹੁੰਦਾ। ਤੋ ਅੱਗੇ ਪਿੱਛੇ ਤੁਸੀਂ ਉਹਨੂੰ ਵੇਖੋਗੇ ਨਾ, ਅੱਗੇ ਪਿੱਛੇ ਜਦੋਂ ਹੁੰਦਾ ਜਿੱਥੇ ਉਹ ਥੋੜਾ ਅੱਗੇ ਪਿੱਛੇ ਕਰਦੇ ਆ ਤੇ ਉਹਦੇ ਸ਼ੀਸ਼ੇ ਦੇ ਥੱਲੇ ਜਦੋਂ ਜੇ ਜਿਹੜਾ ਉਹਨੂੰ ਵੇਖੀਏ ਤੇ ਉਹਦੇ ਥੱਲੇ ਇੱਕ ਜਿਹੜਾ ਅਰੇਂਜਮੈਂਟ ਦਿੱਤਾ ਵਾ ਉਹ ਤੁਹਾਡਾ ਬਾਲ ਐਂਡ ਸੌਕਟ ਅਰੇਂਜਮੈਂਟ ਆ। ਮਤਲਬ ਉਹ ਜਿੱਥੇ ਆਪਾਂ ਫਿਕਸ ਕਰਦਾ ਇੱਕਦਮ ਉਹ ਸ਼ੀਸ਼ਾ ਤੋਂ ਹਿਲਦਾ ਨਹੀਂ ਆ। ਤੋ ਇਸੇ ਤਰ੍ਹਾਂ ਕੰਪਾਸ, ਜਿਹੜੀ ਕੰਪਾਸ ਆ ਉਹਦੇ ਵਿੱਚ ਜਦੋਂ ਸਟੈਂਡ ਤੇ ਆਪਾਂ ਲਾਵਾਂਗੇ ਤੇ ਉਹਦੇ ਤੇ ਫਿਰ ਜਿਹੜਾ ਅਰੇਂਜਮੈਂਟ ਦਿੱਤਾ ਵਾ ਉਹ ਬਾਲ ਐਂਡ ਸੌਕਟ ਅਰੇਂਜਮੈਂਟ ਆ। ਉਹ ਫਿਰ ਆਪਾਂ ਕੀ ਕਰਦੇ ਆ ਵੀ ਜਿਹੜਾ ਉਹਦਾ ਬਾਕਸ ਆ ਉਹਨੂੰ ਉੱਪਰ ਥੱਲੇ ਕਰਕੇ, ਉਹ ਕਿੱਦਾਂ ਪਤਾ ਲੱਗੂਗਾ ਵੀ ਲੈਵਲ 'ਚ ਨਹੀਂ ਹੈਗੀ। ਆਪਾਂ ਕੀ ਕਰਦੇ ਆ ਵੀ ਜਦੋਂ ਕੰਪਾਸ ਸਟੈਂਡ ਤੇ ਲਾਤੀ, ਸੈਂਟਰਿੰਗ ਕਰਤੀ, ਤੇ ਆਪਾਂ ਉਹਦੇ ਤੇ ਪੈਨਸਲ ਨੂੰ ਸੁੱਟਦੇ ਆ। ਜਿਹੜੀ ਇੱਕ ਪੈਨਸਲ, ਗੋਲ ਪੈਨਸਲ ਆ, ਉਹ ਪੈਨਸਲ ਫਿਰ ਜੇ ਬਿਲਕੁਲ ਸਟੇਬਲ ਹੋ ਗਈ, ਇੱਕ ਜਗ੍ਹਾ ਤੇ ਰੁਕ ਗਈ, ਇਟ ਮੀਨਸ ਤੁਹਾਡੀ ਜਿਹੜੀ ਕੰਪਾਸ ਦਾ ਬਾਕਸ ਆ ਉਹ ਬਿਲਕੁਲ ਲੈਵਲ ਆ। ਪਰ ਜੇ ਇੱਕ ਬੰਨੇ ਨੂੰ ਰਿੜ ਕੇ ਆ ਗਈ, ਜਿੱਦਾਂ ਨੂੰ ਰਿੜ ਕੇ ਆ ਗਈ, ਇਹਦਾ ਮਤਲਬ ਉਧਰ ਨੀਵੀਂ ਆ, ਉਧਰ ਨੂੰ ਡਾਊਨ ਆ। ਫਿਰ ਆਪਾਂ ਬਾਲ ਐਂਡ ਸੌਕਟ ਅਰੇਂਜਮੈਂਟ ਨਾਲ ਹੱਥ ਨਾਲ ਉਹਨੂੰ ਤਾਂ ਕਰਾਂਗੇ ਤਾਂ ਜੋ ਲੈਵਲ 'ਚ ਆ ਜਾਏ। ਜਦੋਂ ਪੈਨਸਲ ਬਿਲਕੁਲ ਸੈਂਟਰ 'ਚ ਰਹਿ ਗਈ, ਇੱਕ ਕਿਸੇ ਬੰਨੇ ਨੂੰ ਨਹੀਂ ਉਹ ਮਤਲਬ ਮੂਵ ਕੀਤੀ, ਤੇ ਆਪਾਂ ਕਹਾਂਗੇ ਕਿ ਇਹ ਜਿਹੜਾ ਲੈਵਲਿੰਗ ਹੋ ਗਿਆ। ਇਸ ਤੋਂ ਬਾਅਦ ਫੋਕਸਿੰਗ। ਤਾਂ ਫੋਕਸਿੰਗ ਕੀ ਆ, ਇਹਦੇ 'ਚ ਫੋਕਸਿੰਗ ਕੀ ਆ ਵੀ ਪ੍ਰਿਜ਼ਮ ਦੇ ਨਾਲ ਜਿਹੜਾ ਉਹ ਪ੍ਰਿਜ਼ਮ ਹੁੰਦਾ ਵਾ ਉਹਦੀ ਆਈ ਵੀਨ ਵਾਲੇ ਪਾਸੇ, ਉਹਨੂੰ ਆਪਾਂ ਤਾਂ ਅਪ ਐਂਡ ਡਾਊਨ ਕਰ ਲੈਂਦੇ ਆ। ਕਿਉਂਕਿ ਕਈਆਂ ਦੀ ਨਜ਼ਰ ਜਿਹੜੀ ਆ ਉਹ ਮਤਲਬ ਜੋ ਅਬਜ਼ਰਵਰ ਆ ਉਹਦੀ ਵਿਜ਼ਨ ਦੇ ਉੱਪਰ ਡਿਪੈਂਡ ਕਰਦਾ ਵੀ ਉਹਨੂੰ ਉੱਪਰ ਥੱਲੇ ਕਰੀਦਾ। ਫਿਰ ਉਹ ਤੁਹਾਨੂੰ ਗ੍ਰੈਜੂਏਸ਼ਨ ਜਿਹੜੀਆਂ ਰਿੰਗਸ ਆ ਜਿਹੜੀਆਂ
ਬੇਰਿੰਗਸ ਦੀਆਂ ਉਹ ਅਲਮੀਨੀਅਮ ਰਿੰਗ ਜਿਹੜਾ ਉਹ ਨਜ਼ਰ ਆਉਂਦਾ ਤੇ ਉਹਦੀ ਸ਼ਾਰਪ ਫਿਗਰ ਜਿਹੜੀ ਨਜ਼ਰ ਆਉਂਦੀ ਹੈ, ਕਿਉਂਕਿ ਇਹਦੇ ਵਿੱਚ ਮਿਰਰ ਲੱਗਾ ਹੁੰਦਾ। ਉਹ ਮਿਰਰ ਜਿਹੜਾ ਵਾ ਉਹਨੂੰ ਫੋਕਸਿੰਗ ਕਰਦਾ, ਉਹਦੇ ਨਾਲ ਫਿਰ ਜਿਹੜਾ ਵਾ ਉਹਦੀ ਪੋਜੀਸ਼ਨ ਜਿਹੜੀ ਪ੍ਰਿਜ਼ਮ ਦਾ ਪੋਜੀਸ਼ਨ ਆਫ ਦਾ ਪ੍ਰਿਜ਼ਮ ਵਿਲ ਡਿਪੈਂਡ ਅਪਨ, ਇਹਦਾ ਮਤਲਬ ਜਿਹੜਾ ਪ੍ਰਿਜ਼ਮ ਦੀ ਪੋਜੀਸ਼ਨ ਆ ਉਹ ਡਿਪੈਂਡ ਕਰਦੀ ਆ ਅਬਜ਼ਰਵਰ ਦੇ ਵਿਜ਼ਨ ਤੇ ਵੀ ਉਹਦੇ ਨਜ਼ਰ ਕਿੰਨੀ ਕੁ ਤੇਜ਼ ਹੈਗੀ। ਲਓ ਜੀ ਅੱਗੇ ਇੱਕ ਫੋਟੋ ਤੁਹਾਨੂੰ ਦਿਖਾ ਰਹੇ ਆ। ਇਹ ਮਤਲਬ ਮੈਂ ਜਦੋਂ ਅੰਮ੍ਰਿਤਸਰ ਪੜ੍ਹਾਉਂਦਾ ਸੀਗਾ ਦਯਾਨੰਦ ITI, ਉੱਥੇ ਬੱਚਿਆਂ ਨੂੰ ਕੰਪਾਸ ਦੀ ਟੈਂਪਰੇਰੀ ਐਡਜਸਟਮੈਂਟ ਮੈਂ ਕਰਦਾ ਪਿਆ। ਤੁਸੀਂ ਵੇਖ ਰਹੇ ਆ ਸਟੈਂਡ ਤੇ ਲੱਗੀ ਆ ਕੰਪਾਸ ਆ। ਸੋ ਇਸ ਤਰ੍ਹਾਂ ਆਪਾਂ ਮਤਲਬ ਜਿਹੜੀ ਆ ਕੰਪਾਸ ਦੀ ਐਡਜਸਟਮੈਂਟ ਜਿਹੜੀ ਮੈਂ ਪਿੱਛੇ ਪੜ੍ਹਾਈ ਆ ਉਹਨੂੰ ਮੈਂ ਪ੍ਰੈਕਟੀਕਲੀ ਕਰਕੇ ਦਿਖਾਉਂਦਾ ਪਿਆ। ਇਹ ਦੇਖੋ ਹੁਣ ਇੱਕ ਚੀਜ਼ ਆ ਗਈ, ਜਿੰਨੇ ਵੀ ਤੁਹਾਨੂੰ ਮੈਂ ਪਾਰਟਸ ਪੜ੍ਹਾਏ ਆ ਉਹ ਕੱਲੇ ਕੱਲੇ ਪਾਰਟਸ ਤੁਸੀਂ ਵੇਖ ਸਕਦੇ ਹੋ, ਉਹਦਾ ਨੰਬਰ ਹੈਗਾ ਵਾ ਕਿ 2 ਨੰਬਰ ਤੇ ਕੀ ਆ, ਠੀਕ ਹੈ ਨਾ। ਹੁਣ ਜਿੱਦਾਂ ਨੀਡਲ ਕਿੱਥੇ ਆ, ਨੀਡਲ ਨੰਬਰ 1 ਵੇਖੋ, ਫਿਰ ਪਿਵਟ ਹੈਗੀ ਆ, ਫਿਰ ਐਗਰੀਗੇਟ ਕੈਪ ਹੈਗਾ ਵਾ, ਗ੍ਰੈਜੂਏਟ ਡਿਸਕ ਹੈਗੀ ਆ। ਇਹ ਸਾਰਾ ਕੁਝ ਮੈਂ ਬਾਈ ਨੰਬਰਿੰਗ ਕੀਤੀ ਆ ਤੇ ਤੁਸੀਂ ਜਦੋਂ ਇਹਨੂੰ ਵੇਖੋਗੇ ਤੇ ਨਾਲ ਜਿਹੜਾ ਤੁਹਾਨੂੰ ਮੈਂ ਇਹਦੀਆਂ ਡੈਫੀਨੇਸ਼ਨ ਪੜ੍ਹਾਈਆਂ ਵਾ ਉਹਦੇ ਨਾਲ ਕੰਪੇਅਰ ਕਰੋਗੇ ਤੇ ਤੁਹਾਨੂੰ ਕਾਫੀ ਕੁਝ ਕਲੀਅਰ ਹੋ ਜਾਊਗਾ। ਸੋ ਜਿਵੇਂ ਜਿੱਦਾਂ 11 ਨੰਬਰ ਤੇ ਕੀ ਲਿਖਿਆ ਭਲਾ, 11 ਨੰਬਰ, ਫਿਰ ਦੇਖੋ ਤੁਹਾਡਾ 13 ਨੰਬਰ ਤੇ ਹੈਗੇ ਆ। ਸੋ ਇਹ ਜਿਹੜੇ ਗਲਾਸ ਕਵਰ ਆ, ਜਿੱਦਾਂ 13 ਨੰਬਰ ਦਾ ਗਲਾਸ ਕਵਰ ਆ। ਸੋ ਇਸ ਤਰ੍ਹਾਂ ਮਤਲਬ ਆਪਾਂ ਇਹਨੂੰ ਵੇਖ ਸਕਦੇ ਹਾਂ, ਇਹਨੂੰ ਮਤਲਬ ਇਹ ਫਿਗਰ ਨੂੰ ਵੇਖ ਕੇ ਇਹਨੂੰ ਚੰਗੀ ਤਰ੍ਹਾਂ ਕੰਪਾਸ ਬਾਰੇ ਥਾਰੋਲੀ ਸਮਝ ਸਕਦੇ ਹਾਂ। ਲਓ ਜੀ, ਇਸ ਤੋਂ ਬਾਅਦ ਆ ਗਿਆ ਸਰਵੇਅਰ ਕੰਪਾਸ। ਜਿਹੜੀ ਸਰਵੇਅਰ ਕੰਪਾਸ ਆ ਨਾ, ਪ੍ਰਿਜ਼ਮੈਟਿਕ ਕੰਪਾਸ ਵਾਂਗੂ ਹੀ ਹੈਗੀ ਆ, ਨੀਡਲ ਵਗੈਰਾ ਉਦਾਂ ਹੀ ਆ, ਪਰ ਇਹਦੇ ਵਿੱਚ ਕੀ ਹੈਗਾ ਵੀ ਪ੍ਰਿਜ਼ਮ ਨਹੀਂ ਲੱਗਾ ਹੁੰਦਾ। ਇਹ ਕੰਪਾਸ ਜਿਹੜੀ ਆ ਇਹ ਮਤਲਬ ਇਦਾਂ ਵਾ ਵੀ ਜਿਹੜਾ ਬਾਕਸ ਆ ਉਹਦੇ ਚ ਨੀਡਲ ਹੁੰਦੀ ਹੈ, ਫ੍ਰੀਲੀ ਸਸਪੈਂਡਡ ਹੁੰਦੀ ਆ। ਸੋ ਸਭ ਤੋਂ ਪਹਿਲਾਂ ਕੀ ਕਰਦੇ ਆ ਵੀ ਇਹਦੇ ਜਿੱਦਾਂ ਉਹ ਸਾਈਟ ਵੇਨ ਆ, ਆਈ ਵੇਨ ਆ, ਆਪਾਂ ਇਹਦੇ ਚ ਪ੍ਰਿਜ਼ਮ ਨਹੀਂ ਲੱਗਾ। ਇਹ ਚ ਕੀ ਕਰਦੇ ਆ, ਪਹਿਲਾਂ ਆਬਜੈਕਟ ਨੂੰ ਸਾਈਟ ਕਰੀਦਾ, ਸਾਈਟ ਕਰਨ ਤੋਂ ਬਾਅਦ ਫਿਰ ਬੇਰਿੰਗ ਸਿੱਧੀ ਪੜੀ ਦੀ ਆ, ਮਤਲਬ ਬਾਕਸ ਤੋਂ ਉੱਪਰੋਂ ਸਿੱਧੀ ਪੜੀ ਦੀ ਆ ਡਾਇਰੈਕਟ। ਜਿਵੇਂ ਹੁਣ ਵੇਖੋ ਸਰਵੇਅਰ ਕੰਪਾਸ, ਜਿੱਦਾਂ ਤੁਹਾਡੇ ਹੁਣ ਬੱਚਿਆਂ ਦੇ ਮੋਬਾਈਲ ਫੋਨ ਹੁੰਦੇ ਆ, ਉਹਨਾਂ ਦੇ ਵਿੱਚ ਕੰਪਾਸ ਹੁੰਦੀ ਆ, ਜਿਹਨੂੰ ਮਤਲਬ ਕਈ ਜਿਹੜੇ ਲੋਕ ਆ ਜਿੱਦਾਂ ਡਰਾਫਟਸਮੈਨ ਦੇ ਜਿਹੜੇ ਸਟੂਡੈਂਟਸ ਬੈਠੇ ਆ, ਕਈਆਂ ਦਾ ਜਿੱਦਾਂ ਹੁਣ ਮਨ ਹੁੰਦਾ ਵੀ ਵਸਤੂ ਸ਼ਾਸਤਰ ਦੇ ਵਿੱਚ ਆਪਾਂ ਨਕਸ਼ਾ ਬਣਾਉਣਾ, ਤਾਂ ਵਸਤੂ ਕੰਪਾਸ ਹੁੰਦੀ ਆ ਨਾਰਥ ਸਾਊਥ ਪੋਲ, ਵੀ ਕਿਹੜਾ ਜਿਹੜੀ ਜਗ੍ਹਾ ਵਾ ਉਹ ਇਫੈਕਟਿਵ ਹੈਗੀ ਆ, ਮਤਲਬ ਉਹਨਾਂ ਦਾ ਆਪਣਾ ਹੈਗਾ। ਸੋ ਇਸ ਤਰ੍ਹਾਂ ਪਹਿਲੋਂ ਇਸ ਤਰ੍ਹਾਂ ਦੀ ਤੁਹਾਡੇ ਮੋਬਾਈਲ ਦੇ ਵਿੱਚ ਵੀ ਉਹ ਕੰਪਾਸ ਹੈਗੀ ਆ। ਸੋ ਉਹਦੇ ਨਾਲ ਵੀ ਆਪਾਂ ਮਤਲਬ ਜਿਹੜਾ ਬੇਰਿੰਗ ਜਿਹੜੀ ਉਹ ਪੜ ਸਕਦੇ ਆ। ਸੋ ਪਲੇਨ ਓਨਲੀ ਪਲੇਨ ਆਈ ਸਿਰਫ ਆਫ ਦਾ ਆਈ, ਪ੍ਰਿਜ਼ਮ ਵਿੱਚ ਨਹੀਂ ਹੁੰਦਾ। ਸੋ ਦਾ compass is having pointed magnetic needle in the place of broad from the needle, as in case of prismatic compass ਗੋਲ ਸਰਕਲ ਹੁੰਦਾ ਵਾ, ਇਹਦੇ ਚ ਸਿੱਧੀ ਸੂਈ ਹੁੰਦੀ ਹੈ ਤੇ ਆਪਾਂ ਫਿਰ ਉਹਦੇ ਨਾਲ ਫਿਰ ਜਿਹੜਾ ਤੁਹਾਡਾ ਆਬਜੈਕਟ ਆ ਉਹਨੂੰ ਸਾਈਟ ਕਰਕੇ ਉਸ ਤੋਂ ਬਾਅਦ ਆਪਾਂ ਫਿਰ ਰੀਡਿੰਗ ਬਾਅਦ ਚ ਪੜ੍ਹਦੇ ਹਾਂ। ਪਰ ਕੰਪਾਸ ਦੇ ਵਿੱਚ ਕੀ ਆ, ਨਾਲ ਨਾਲ ਸਾਈਟ ਕਰਦੇ ਆ, ਨਾਲ ਨਾਲ ਹੀ ਆਪਾਂ ਉਹਦੀ ਬੇਰਿੰਗ ਪੜ੍ਹਦੇ ਆ। ਸੋ ਸਾਈਮਲਟੇਨੀਅਸਲੀ ਚੱਲਦਾ ਵਾ, ਇਹਦੇ ਚ ਪ੍ਰੋਸੈਸ ਵਾਈਜ਼ ਚੱਲਦਾ ਵਾ। ਸੋ ਬੇਰਿੰਗ ਨੂੰ ਆਬਜ਼ਰਵ ਕਿੱਦਾਂ ਕਰਨਾ ਵਾ, ਸੋ ਇਹ ਸਾਰਿਆਂ ਨੇ ਕੀਤਾ ਹੋਊਗਾ, ਕਈਆਂ ਨੇ ਪ੍ਰੈਕਟੀਕਲੀ, ਕਿਉਂਕਿ ਆਪਾਂ ਰਿਵੀਜ਼ਨ ਕਰਦੇ ਪਏ ਆ। ਸੋ ਆਪਾਂ ਸਪੋਜ਼ ਕਰੋ ਇੱਕ ਪੁਆਇੰਟ A ਆ ਤੇ ਇੱਕ B ਆ, A ਤੋਂ B ਦੀ ਬੇਰਿੰਗ ਪੜ੍ਹਨੀ ਆ। ਸੋ ਮੈਂ ਇਹਨੂੰ ਜਿੱਦਾਂ ਹੁਣ ਅੰਗਰੇਜ਼ੀ ਚ ਲਿਖਿਆ, ਕੰਸੀਡਰ ਏ ਲਾਈਨ AB ਆਫ which magnetic bearing is to be measured or observed, let the ranging rod, ਆਪਾਂ ਸਭ ਤੋਂ ਪਹਿਲਾਂ ਰੇਂਜਿੰਗ ਰੋਡ A ਤੇ ਆਪਾਂ B ਤੇ ਵੀ ਲਾਇਆ, ਠੀਕ ਹੈ ਨਾ। ਹੁਣ A ਵਾਲਾ ਰੇਂਜਿੰਗ ਰੋਡ ਅਸੀਂ ਪੁੱਟ ਦਿੱਤਾ, ਉੱਥੇ ਫਿਰ ਆਪਾਂ ਕੰਪਾਸ ਜਿਹੜੀ ਆ ਉਹਨੂੰ ਸੈੱਟ ਕਰਤਾ, ਮਤਲਬ ਮੀਨਸ ਉਹਦੀ ਟੈਂਪਰੇਰੀ ਐਡਜਸਟਮੈਂਟ ਕਰਤੀ, ਮਤਲਬ ਸੈਂਟਰਿੰਗ ਕਰਤੀ, ਲੈਵਲਿੰਗ ਕਰਤੀ, ਫੋਕਸਿੰਗ। ਤੇ ਆਪਾਂ ਫਿਰ ਕੀ ਕਰਨਾ, B ਨੂੰ ਸਾਈਟ ਕਰਨਾ। A ਤੋਂ ਆਪਾਂ ਜਦੋਂ ਕੰਪਾਸ ਫਿੱਟ ਕੀਤੀ ਆ ਤੇ A ਵਾਲਾ ਜਿੱਥਾ ਸਟੇਸ਼ਨ ਆ ਉੱਥੋਂ B ਨੂੰ ਸਾਈਟ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਤੁਹਾਡੀ ਟਰਨ ਦਾ ਕੰਪਾਸ ਇਨ ਦਾ ਡਾਇਰੈਕਸ਼ਨ ਆਫ AB ਤੇ B ਜਦੋਂ ਬਾਈਸੈਕਟ ਹੋ ਜਾਊਗਾ, ਕ੍ਰੋਸ ਏਅਰ ਜਿਹੜਾ B ਦਾ ਜਿਹੜਾ ਰੇਂਜਿੰਗ ਰੋਡ ਆ ਉਹ ਜਿਹੜਾ ਕ੍ਰੋਸ ਏਅਰ ਨਾਲ ਬਿਲਕੁਲ ਉਹਦਾ ਸਿੱਧਾ ਹੋ ਜਾਊਗਾ। ਵੈਨ ਰੇਂਜਿੰਗ ਰੋਡ ਐਟ B ਕਮਸ ਵਿਦ ਦਾ ਲਾਈਨ ਆਫ ਸਿਲਕ I ਦੇ ਨਾਲ ਜਦੋਂ ਜੁੜ ਜਾਊਗਾ, ਫਿਰ ਆਪਾਂ ਉਹਦੀ ਬੇਰਿੰਗ ਪੜਾਂਗੇ ਕਿੰਨੇ ਡਿਗਰੀ ਹੋ ਗਿਆ। ਇਸ ਤਰ੍ਹਾਂ ਫਿਰ ਆਪਾਂ ਕੰਪਾਸ ਦੇ ਉੱਪਰ ਵਰਕ ਕਰਾਂਗੇ, ਇਸ ਤਰ੍ਹਾਂ ਆਪਾਂ ਬੇਰਿੰਗ ਉਹਦੀ ਪੜ ਲਾਂਗੇ। ਫਿਰ ਉਹ ਜਿਹੜੀ ਬੇਰਿੰਗ ਹੋ ਜਾਊਗੀ ਉਹ A ਤੋਂ B ਦੀ ਬੇਰਿੰਗ ਹੋ ਜਾਊਗੀ, ਮਤਲਬ A ਤੇ B ਜਿਹੜੀ ਆ
ਮੈਗਨੈਟਿਕ ਜਿਹੜਾ ਤੁਹਾਡਾ ਮਰੀਡੀਅਨ ਆ ਉਹਦੇ ਨਾਲ ਕਿੰਨੇ ਡਿਗਰੀ ਐਂਗਲ ਬਣਾਉਂਦਾ ਵਾ, ਉਹਦਾ ਰੈਫਰੈਂਸ ਕਿੰਨਾ, ਰੈਫਰੈਂਸ ਪੁਆਇੰਟ ਨਾਲ, ਸੋ ਉਹ ਤਾਂ ਉਹਦੀ ਬੇਰਿੰਗ ਹੋ ਜੂਗੀ। ਇਹ ਦੇਖੋ ਇੱਕ ਜਿਹੜਾ ਲੜਕਾ ਜਿਹੜਾ ਵਾ ਉਹ ਕੰਪਾਸ ਤੋਂ ਮਤਲਬ ਬੇਰਿੰਗ ਨੂੰ ਮਤਲਬ ਏ ਵਾਲੇ ਸਟੇਸ਼ਨ ਤੇ ਖੜਾ ਵਾ, ਤੋਂ ਉੱਥੋਂ ਬੇਰਿੰਗ ਨੂੰ ਪੜਦਾ ਪਿਆ ਵਾ। ਇਹ ਦੇਖੋ ਹੁਣ ਇਹ ਚੀਜ਼ ਨੂੰ ਕਲੀਅਰ ਕਰ ਲਓ, ਫਿਰ ਤੁਹਾਨੂੰ ਕਲੀਅਰ ਹੋ ਜਾਊਗਾ। ਦੇਖੋ ਆਹ ਦੇਖੋ ਏ ਆ, ਏ ਬਿਲਕੁਲ ਸੈਂਟਰ 'ਚ ਲਿਖਿਆ ਨਾ, ਕਿਉਂ ਲਿਖਿਆ? ਕਿਉਂਕਿ ਇਹਦੀ ਸੈਂਟਰ ਮਤਲਬ ਕੰਪਾਸ ਦਾ ਸੈਂਟਰ ਬਿਲਕੁਲ ਏ ਤੇ ਆ, ਤੇ ਆਪਾਂ ਬੀ ਆਬਜੈਕਟ ਆ, ਤੁਹਾਨੂੰ ਫੋਟੋ ਨਜ਼ਰ ਆਉਂਦੀ ਆ ਨਾਰਥ ਤੇ ਸਾਊਥ ਪੋਲ ਆ। ਦੇਖੋ ਐਨ ਲਿਖ ਗਿਆ ਕਿ ਨਹੀਂ, ਉੱਤੇ 180 ਡਿਗਰੀ ਲਿਖਿਆ, ਇੱਧਰ 270 ਲਿਖਿਆ, ਇੱਥੇ 90 ਲਿਖਿਆ। ਸੋ ਪ੍ਰਿਜ਼ਮ ਆ ਐਂਡ ਆਈ ਸਿਲਟ ਆ, ਜਿੱਥੇ ਐਰੋ ਬਣਿਆ, ਲਾਈਨ ਆਫ ਸਾਈਟ ਆ, ਆਬਜੈਕਟ ਨੂੰ ਸਾਈਟ ਕੀਤਾ, ਆਬਜੈਕਟ ਵੇਨ ਆ, ਫਿਰ ਗ੍ਰੈਜੂਏਟ ਰਿੰਗ ਆ, ਫਿਰ ਆਊਟਰ ਬਾਕਸ ਆ ਉਹਦਾ। ਆ ਇਧਰਲੇ ਬੰਨੇ ਵੇਖੋ ਲਾਈਨਾਂ ਬਣੀਆਂ ਕਿ ਨਹੀਂ, ਇੱਕ ਲਾਈਨ ਜਿਹੜੀ 1 ਡਿਗਰੀ ਨੂੰ ਸ਼ੋ ਕਰਦੀ ਆ। ਸੋ ਇਸ ਤਰ੍ਹਾਂ ਫਿਰ ਆਪਾਂ ਉਹਨੂੰ ਬੀ ਨੂੰ ਸਾਈਟ ਕਰਕੇ ਆ, ਤੇ ਉਹ ਜਿਹੜਾ ਕ੍ਰਾਸ ਹੇਅਰ ਆ ਉਹ ਫਿਰ ਬੀ ਦੇ ਨਾਲ ਜਿਹੜਾ ਰੇਂਜਿੰਗ ਨੋਡ ਨਾਲ ਸਾਈਟ ਹੋ ਗਿਆ, ਤੇ ਉਹ ਜਿਹੜਾ ਗ੍ਰੈਜੂਏਟ ਰਿੰਗ ਆ ਉਹਦੇ ਜਿਹੜੀਆਂ ਲਾਈਨਾਂ ਵਾ ਉਹ ਕਿਹੜੀ ਲਾਈਨ ਨੂੰ ਕੱਟਦੀ ਪਈ ਹੈ, ਇਦਾਂ ਫਿਰ ਆਪਾਂ ਉਹਦੀ ਬੇਰਿੰਗ ਪੜ੍ਹ ਲਾਂਗੇ। ਮੇਰੇ ਖਿਆਲ ਤੁਸੀਂ ਪ੍ਰੈਕਟੀਕਲੀ ਇਹ ਕੀਤਾ ਹੋਊਗਾ ਸਾਰਿਆਂ ਨੇ। ਇਹ ਦੇਖੋ ਸਟੂਡੈਂਟਸ ਜਿਹੜੇ ਆ ਇਹ ਵੀ ਬੇਰਿੰਗ ਪੜ੍ਹਦੇ ਪਏ ਨੇ। ਸੋ ਜਿਨ੍ਹਾਂ ਨੇ ਕੰਮ ਕੀਤਾ ਉਹ ਬੱਚੇ ਨਾਲ ਜੁੜੇ ਨੇ, ਉਹਨਾਂ ਨੂੰ ਪਤਾ ਲੱਗ ਗਿਆ ਹੋਊਗਾ ਵੀ ਕੀ ਕਰ ਰਹੇ ਅਸੀਂ। ਲੋ ਜੀ ਹੁਣ ਆ ਗਿਆ ਟਰੂ ਮਰੀਡੀਅਨ। ਤਾਂ ਮਰੀਡੀਅਨ ਦੀ ਮੈਂ ਗੱਲ ਤੁਹਾਨੂੰ ਦੱਸਤੀ ਆ ਕਿ ਧਰਤੀ ਦਾ ਨਾਰਥ ਤੇ ਸਾਊਥ ਪੋਲ ਤੁਸੀਂ ਵੇਖ ਰਹੇ ਨਾ, ਇਹ ਵੇਖੋ ਗਲੋਬ ਆ, ਨਾਰਥ ਸਾਊਥ ਪੋਲ ਜਿਹੜਾ ਮਿਲਦਾ ਵਾ, ਦੈਟ ਇਜ਼ ਟਰੂ ਮਰੀਡੀਅਨ। ਦ ਲਾਈਨ ਪਾਸਿੰਗ ਥਰੂ geographically north pole, geographically south pole and any point of the surface of the earth is known as true meridian। ਇਹਨੂੰ ਆਪਾਂ true meridian ਕਹਿੰਦੇ ਹਾਂ। ਇਸ ਤੋਂ ਬਾਅਦ ਮੈਗਨੈਟਿਕ ਮਰੀਡੀਅਨ ਆ, ਵੇਖੋ ਆ ਮੈਗਨੇਟ ਵਾਲੀ ਜਿਹੜੀ ਸੂਈ ਆ ਉਹ ਬਿਲਕੁਲ ਇੱਕ ਜਗ੍ਹਾ ਤੇ ਖੜੀ ਆ। when the magnetic needle is suspended freely ਆਪਾਂ ਜਦੋਂ ਸਸਪੈਂਡ ਕਰਦੇ ਆ and the balance properly unaffected by the magnetic substance ਦੇ ਨਾਲ ਅਫੈਕਟ ਨਾ ਹੋਵੇ, ਤੇ ਜਿਹੜਾ ਇੰਡੀਕੇਟ ਡਾਇਰੈਕਸ਼ਨ ਦਊਗੀ ਉਸ ਡਾਇਰੈਕਸ਼ਨ ਨੂੰ ਆਪਾਂ ਮੈਗਨੈਟਿਕ ਮਰੀਡੀਅਨ ਕਹਾਂਗੇ। ਜਿਹੜੀ ਤੁਹਾਡੀ ਕੰਪਾਸ ਹੈਗੀ ਆ, ਭਾਵੇਂ ਉਹ ਪ੍ਰਿਜ਼ਮੈਟਿਕ ਕੰਪਾਸ ਆ, ਭਾਵੇਂ ਉਹ ਸਵੇਰ ਕੰਪਾਸ ਆ, ਉਹਦੇ ਜਿਹੜਾ ਮਰੀਡੀਅਨ ਬਣਦਾ ਵਾ, ਜਿਹਦੇ ਨਾਲ ਐਂਗਲ ਬਣਨਾ ਵਾ, ਦੈਟ ਇਜ਼ ਮੈਗਨੈਟਿਕ ਮਰੀਡੀਅਨ। ਲੋ ਜੀ ਅੱਗੇ ਆ ਵੇਖੋ ਫੋਟੋ ਵੇਖੋ, ਤੁਹਾਨੂੰ ਨਜ਼ਰ ਆ ਗਿਆ ਧਰਤੀ ਆ, ਆਹ ਕਾਲੇ ਰੰਗ ਦੀ ਲਾਈਨ ਹੈਗੀ ਆ, ਸੋ ਉਹ ਤੁਹਾਡਾ ਕੀ ਹੈਗਾ ਵਾ, ਉਹ ਟਰੂ ਮਰੀਡੀਅਨ ਆ। ਤੇ ਜਿਹੜੀ ਰੈੱਡ ਵਾਲੀ ਆ ਉਹ ਮਤਲਬ ਕਿਉਂਕਿ ਮੈਗਨੈਟਿਕ ਜਿਹੜੀ ਨੀਡਲ ਅਫੈਕਟ ਵੀ ਹੋ ਸਕਦੀ ਆ, ਉਹਦੇ ਕਰਕੇ ਜਿਹੜੀ ਆ ਉਹਦੇ ਉੱਪਰ ਨਹੀਂ ਆਈ, ਥੋੜੀ ਅੱਗੇ ਪਿੱਛੇ ਹੋ ਗਈ ਆ, ਸੋ ਇਹ ਮੈਗਨੈਟਿਕ ਮਰੀਡੀਅਨ ਨੂੰ ਸ਼ੋ ਕਰਦਾ ਪਿਆ। ਇਸ ਤੋਂ ਬਾਅਦ ਆਰਬਿਟਰੇਰੀ ਮਰੀਡੀਅਨ। ਆਰਬਿਟਰੇਰੀ ਮਰੀਡੀਅਨ ਉਹਦਾ ਅਸਿਊਮ ਕੀਤਾ, ਜਿਹਦਾ ਸਮਾਲ ਏਰੀਆ ਆਪਾਂ ਨਾਰਥ ਪੋਲ, ਆਪਾਂ ਨਾ ਉੱਥੇ ਕੰਪਾਸ ਹੈਗੀ ਸਾਡੇ ਕੋਲ, ਤੇ ਆਪਾਂ ਉੱਥੇ ਮਰੀਡੀਅਨ ਕੱਢਣਾ, ਉਹ ਅਸਿਊਮਡ ਮਰੀਡੀਅਨ। ਤੁਸੀਂ ਚਲੋ ਫਿਲਮਾਂ ਵੇਖਦੇ ਜੋ, ਮਤਲਬ ਇੱਕ ਫਿਲਮ ਆਈ ਸੀ ਨਕਸ਼ਾ, ਤੇ ਸੰਨੀ ਦਿਓਲ ਦੀ ਪਿਕਚਰ ਸੀਗੀ, ਉਹਦੇ ਵਿੱਚ ਉਹਨੇ ਕੀ ਕੀਤਾ ਵੀ ਇੱਕ ਪੱਤਾ ਲਿਆ, ਪਾਣੀ 'ਚ ਤਰਦਿਆ ਪਿਆ, ਇੱਕ ਸੂਈ ਕੱਢੀ ਤੇ ਸੂਈ ਉਹਦੇ ਉੱਤੇ ਰੱਖੀ ਤੇ ਉਹ ਸੂਈ ਘੁੰਮ ਗਈ, ਇਹਦਾ ਮਤਲਬ ਮੈਗਨੇਟ ਸੀਗਾ। ਤੇ ਉਹ ਫਿਰ ਜਿਹੜਾ ਉਹ ਪੋਲ ਬਣਾਇਆ ਉਹ ਤੁਹਾਡਾ ਨਾਰਥ ਸਾਊਥ ਪੋਲ ਬਣਾ ਲਿਆ। ਹੁਣ ਤੁਸੀਂ ਵੇਖਦੇ ਆ ਰਾਤ ਨੂੰ ਤਾਰੇ ਨਿਕਲਦੇ ਆ, ਇੱਕ ਧਰੂ ਤਾਰਾ ਹੁੰਦਾ, ਜਿਹੜਾ ਧਰੂ ਤਾਰਾ ਨਾ, ਜਿੱਦਾਂ ਤੁਸੀਂ ਪੜ੍ਹਿਆ ਹੋਊਗਾ 7ਵੀਂ 8ਵੀਂ ਕਲਾਸ 'ਚ, ਔਰਸਾ ਮੇਜਰ, ਜਿਹਨੂੰ ਸਪਤਰਿਸ਼ੀ ਕਹਿੰਦੇ ਆ, 7 ਤਾਰਿਆਂ ਦਾ ਸਮੂਹ ਹੁੰਦਾ। ਤੇ ਉਹ ਮਤਲਬ ਜਿਹਨੂੰ ਕਈ ਵਾਰੀ ਪਿੰਡਾਂ ਵਾਲੇ ਲੋਕ ਕਹਿੰਦੇ ਸਰਵਣ ਦੀ ਵਹਿੰਗੀ ਜਿਹੜੀ ਆ ਨਾ ਉੱਥੇ ਚਲ ਗਈ ਜੋ, ਇਹਦਾ ਮਤਲਬ ਅੱਧੀ ਰਾਤ ਲੰਘ ਗਈ ਜੋ। ਉਹ 7 ਤਾਰੇ ਜਿਹੜੇ ਸਪਤਰਿਸ਼ੀ ਹੁੰਦੇ ਨੇ, ਔਰਸਾ ਮੇਜਰ, ਉਹ ਮਤਲਬ 3 ਤਾਰੇ ਤੇ ਥੱਲੇ ਵਾਲੇ 2 ਤਾਰੇ ਹੁੰਦੇ ਆ, ਇੱਕ ਮਤਲਬ ਇੱਕ ਬਿਲਕੁਲ ਡਾਰਕ ਜਿਹੜਾ ਮਤਲਬ ਜਿੱਦਾਂ ਬਹੁਤ ਚਾਨਣ ਦੇ ਰਿਹਾ, ਇੱਕ ਤਾਰੇ ਨੂੰ ਸਿੱਧੀ ਲਾਈਨ ਮਿਲਦੀ ਆ, ਤੁਸੀਂ ਪੜ੍ਹਿਆ ਹੋਊਗਾ, ਉਹ ਤੁਹਾਡਾ ਨਾਰਥ ਪੋਲ ਨੂੰ ਸ਼ੋ ਕਰਦਾ, ਉਹ ਤੁਹਾਡੇ ਨਾਰਥ ਨੂੰ ਸ਼ੋ ਕਰਦਾ। ਸੋ ਇਸ ਤਰ੍ਹਾਂ ਜਿਹੜੇ ਸੇਲਰ ਹੀ, ਜਿਹੜੇ ਮਤਲਬ ਕਿਸ਼ਤੀਆਂ ਚਲਾਉਂਦੇ ਸੀ ਜਿੱਦਾਂ, ਠੀਕ ਹੈ ਨਾ, ਉਹ ਫਿਰ ਜਹਾਜ਼ਾਂ ਨੂੰ ਫਿਰ ਜਿੱਦਾਂ ਮਤਲਬ ਨਾਰਥ ਦੇ ਰੈਫਰੈਂਸ ਨਾਲ ਫਿਰ ਉਹ ਆਪਣੇ ਜਹਾਜ਼ ਸੇਲ ਕਰਦੇ ਸੀਗੇ, ਚਲਾਉਂਦੇ ਸੀਗੇ। ਸੋ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਇੱਕ ਹੋਰ ਪ੍ਰੈਕਟੀਕਲੀ, ਜਿੱਦਾਂ ਅਸੀਂ ਜਦੋਂ ਫੀਲਡ 'ਚ ਕੰਮ ਕਰਦੇ ਹਾਂ, ਤੇ ਫੀਲਡ ਵਿੱਚ ਬੜੇ ਪ੍ਰੈਕਟੀਕਲ ਟੋਟਕੇ ਮਿਲਦੇ ਆ। ਉਹ ਕੀ ਹੈਗਾ ਵੀ ਤੁਹਾਡੇ ਕੋਲ ਸਾਰਿਆਂ ਕੋਲ ਘੜੀ ਹੋਊਗੀ, ਜਿਹੜੀ ਤੁਸੀਂ ਵਾਚ ਬੰਨ੍ਹਦੇ ਹੱਥ ਤੇ, ਉੱਤੇ ਸੂਈਆਂ ਵਾਲੀ ਛੋਟੀ ਸੂਈ ਹੁੰਦੀ ਹੈ, ਇੱਕ ਵੱਡੀ ਸੂਈ ਹੁੰਦੀ ਆ, ਮਿੰਟਾਂ ਵਾਲੀ, ਘੰਟਿਆਂ ਵਾਲੀ। ਤੁਸੀਂ ਅੱਜ ਪ੍ਰੈਕਟੀਕਲ ਕਰਕੇ ਵੇਖ ਲਿਓ ਲੈਕਚਰ ਤੋਂ ਬਾਅਦ, ਜਿੱਧਰ ਤੁਹਾਡਾ ਸੂਰਜ ਹੈ ਨਾ,
ਤੇ ਛੋਟੀ ਸੂਈ ਜਿਹੜੀ ਆ ਤੁਹਾਡੀ ਘੜੀ ਵਾਲੀ ਉਹਨੂੰ ਸੂਰਜ ਦੇ ਬਿਲਕੁਲ ਸਿੱਧਾ ਕਰ ਦਿਓ ਤੇ ਜਿਹੜੀ ਮਿੰਟਾਂ ਵਾਲੀ ਸੂਈ ਆ ਉਹ ਦੋਵਾਂ ਦੇ ਲਾਈਨ ਤੇ ਜਿਹੜੀ ਅੱਧ ਚ ਲਾਈਨ ਹੋਊਗੀ ਨਾ, ਅੱਧ ਜਿਹੜੀ ਲਾਈਨ ਹੋਊਗੀ ਉਹ ਤੁਹਾਡੀ ਨਾਰਥ ਲਾਈਨ ਨੂੰ ਸ਼ੋ ਕਰੂਗੀ, ਉਹ ਤੁਹਾਡਾ ਨਾਰਥ ਪੋਲ ਨੂੰ ਸ਼ੋ ਕਰੂਗੀ, ਉਹ ਤੁਹਾਡਾ ਮਰੀਡੀਅਨ ਨੂੰ ਸ਼ੋ ਕਰੂਗੀ। ਤੁਸੀਂ ਪ੍ਰੈਕਟੀਕਲੀ ਇਹ ਕਰ ਸਕਦੇ ਹੋ। ਇਸ ਤੋਂ ਬਾਅਦ ਗ੍ਰਿਡ ਮਰੀਡੀਅਨ ਹੁੰਦਾ ਵੀ ਜਿੱਦਾਂ ਗ੍ਰਿਡ ਆ, ਆਪਾਂ ਕੋਈ ਮੈਪ ਆ ਉਹਨੂੰ ਮਤਲਬ ਜ਼ੋਨ ਦੇ ਵਿੱਚ ਵੰਡ ਦਿੰਦੇ ਆ, ਤੇ ਜਿਹੜਾ ਟਰੂ ਮਰੀਡੀਅਨ ਹੁੰਦਾ ਵਾ ਉਹਦੇ ਪੈਰਲਲ ਅਸੀਂ ਮਰੀਡੀਅਨ ਤਿਆਰ ਕਰ ਦਿੰਦੇ ਆ, ਉਹਨਾਂ ਨੂੰ ਆਪਾਂ ਗ੍ਰਿਡ ਮਰੀਡੀਅਨ ਕਹਿੰਦੇ ਆ। ਤੁਸੀਂ ਫੋਟੋ ਵੇਖ ਰਹੇ ਆ, ਦੈਟ ਇਜ਼ ਗ੍ਰਿਡ ਮਰੀਡੀਅਨ, ਉਹਨੂੰ ਆਪਾਂ ਗ੍ਰਿਡ ਲਾਈਨ ਕਹਿੰਦੇ ਆ, ਮਤਲਬ ਜ਼ੋਨ ਬਣਾਤੇ ਆਪਾਂ। ਲਓ ਜੀ, ਬੇਅਰਿੰਗ ਕੀ ਚੀਜ਼ ਹੁੰਦੀ ਆ ਵੀ ਇੱਕ ਹੌਰੀਜ਼ੌਂਟਲ ਐਂਗਲ ਆ ਜਿਹੜਾ ਰੈਫਰੈਂਸ ਪੁਆਇੰਟ, ਤੇ ਰੈਫਰੈਂਸ ਪੁਆਇੰਟ ਕੀ ਹੋ ਗਿਆ ਮਰੀਡੀਅਨ, ਭਾਵੇਂ ਉਹ ਟਰੂ ਆ, ਭਾਵੇਂ ਉਹ ਮੈਗਨੈਟਿਕ ਆ, ਭਾਵੇਂ ਉਹ ਆਰਬਿਟਰੀ ਆ, ਭਾਵੇਂ ਉਹ ਗ੍ਰਿਡ ਆ, ਉਹਦੇ ਨਾਲ ਜਿਹੜਾ ਐਂਗਲ ਬਣਿਆ ਦੈਟ ਇਜ਼ ਬੇਅਰਿੰਗ। ਇਹਦਾ ਮਤਲਬ ਹੌਰੀਜ਼ੌਂਟਲ ਐਂਗਲ ਬਿਟਵੀਨ ਮਰੀਡੀਅਨ, ਮਤਲਬ ਉਹਦੇ ਨਾਲ ਕੋਈ ਜਿਹੜੀ ਲਾਈਨ ਆ ਮਰੀਡੀਅਨ ਨਾਲ ਕਿੰਨੇ ਡਿਗਰੀ ਐਂਗਲ ਬਣਾਉਂਦੀ ਹੌਰੀਜ਼ੌਂਟਲੀ, ਦੈਟ ਇਜ਼ ਬੇਅਰਿੰਗ। ਟਰੂ ਬੇਅਰਿੰਗ ਕੀ ਆ, ਉਹ ਬੇਅਰਿੰਗ ਜਿਹੜੀ ਟਰੂ ਮਰੀਡੀਅਨ ਨਾਲ, ਜਿੱਥੇ ਰੈਫਰੈਂਸ ਪੁਆਇੰਟ ਟਰੂ ਮਰੀਡੀਅਨ ਤੇ ਟਰੂ ਮਰੀਡੀਅਨ ਦਾ ਜਿਹੜਾ ਐਂਗਲ ਬਣਾਉਂਗੀ ਦੈਟ ਇਜ਼ ਟਰੂ ਬੇਅਰਿੰਗ। ਦਾ ਟਰੂ ਬੇਅਰਿੰਗ ਇਜ਼ ਮੈਜ਼ਰਡ ਫਰੋਮ ਦਾ ਨਾਰਥ ਐਂਡ ਇਜ਼ ਕਲੌਕਵਾਈਜ਼ ਡਾਇਰੈਕਸ਼ਨ। ਤਾਂ ਮੈਗਨੈਟਿਕ ਬੇਅਰਿੰਗ ਕੀ ਹੋਗੀ, ਮੈਗਨੈਟਿਕ ਬੇਅਰਿੰਗ ਆਫ ਏ ਲਾਈਨ ਜਿਹੜਾ ਹੌਰੀਜ਼ੌਂਟਲ ਐਂਗਲ ਵਿਦ ਲਾਈਨ ਮੇਕਸ ਵਿਦ ਮੈਗਨੈਟਿਕ ਨਾਰਥ। ਜਿਹੜੀ ਤੁਹਾਡੀ ਮੈਗਨੈਟਿਕ ਨੀਡਲ ਆ, ਜਿਹੜਾ ਆਪਾਂ ਮਤਲਬ ਪ੍ਰੈਕਟੀਕਲੀ ਕਰਦੇ ਆ, ਉਹ ਸਾਰੀਆਂ ਬੇਅਰਿੰਗ ਜਿਹੜੀਆਂ ਆਪਾਂ ਮੈਗਨੈਟਿਕ ਬੇਅਰਿੰਗ ਪੜ੍ਹਦੇ ਹਾਂ। ਸੋ ਮੈਂ ਥੋੜਾ ਜਿਹਾ ਫਿਰ 1 ਮਿੰਟ ਵਾਸਤੇ ਜਾਣਨਾ ਵਾ ਕਿ ਜਦੋਂ ਤੁਸੀਂ ਐਸਐਸ ਸਮਾਜਿਕ ਸਿੱਖਿਆ ਵਾਲੇ ਜਿਹੜੇ ਟੀਚਰ ਆ ਉਹ ਬੜਾ ਪੜ੍ਹਾਉਂਦੇ ਆ ਭੂਗੋਲ, ਉਹ ਉਹਨਾਂ ਪੜ੍ਹਾਇਆ ਹੋਗਾ ਵੀ ਟੁੰਡਰਾ ਖੰਡ ਦੇ ਵਿੱਚ ਮਤਲਬ ਜਿਹੜੀ ਆ 9 ਮਹੀਨੇ ਧੁੰਦ ਛਾਈ ਰਹਿੰਦੀ ਆ ਜੀ, ਪੜ੍ਹਿਆ ਹੋਊ ਸਾਰਿਆਂ ਸੁਣਿਆ ਵੀ ਹੋਊਗਾ। ਤੇ ਜਿੱਥੇ ਮਤਲਬ ਇਹ ਗੱਲ ਸੁਣੀ ਵੀ ਟੁੰਡਰਾ ਖੰਡ ਕੀ ਧਰੁਵ ਆ, ਉੱਥੇ 6 ਮਹੀਨੇ ਦਾ ਦਿਨ ਤੇ 6 ਮਹੀਨੇ ਦੀ ਰਾਤ ਹੁੰਦੀ। ਇਹਦਾ ਮਤਲਬ ਉਹ ਤੁਹਾਡੇ ਨਾਰਥ ਤੇ ਸਾਊਥ ਪੋਲ ਦੀ ਗੱਲ ਹੋ ਗਈ, ਠੀਕ ਹੈ ਜੀ। ਸੋ ਇਸ ਤੋਂ ਬਾਅਦ ਗ੍ਰਿਡ ਬੇਅਰਿੰਗ, ਜਿਹੜਾ ਬੇਅਰਿੰਗ ਆਪਾਂ ਗ੍ਰਿਡ ਹੌਰੀਜ਼ੌਂਟਲ ਐਂਗਲ ਜਦੋਂ ਗ੍ਰਿਡ ਨਾਲ ਬਣਦਾ ਵਾ ਦੈਟ ਇਜ਼ ਗ੍ਰਿਡ। ਤੇ ਆਰਬਿਟਰੀ ਹੋ ਗਿਆ, ਜਿਹੜਾ ਆਰਬਿਟਰੀ ਮਰੀਡੀਅਨ ਆ ਉਹਦੇ ਨਾਲ ਜਦੋਂ ਐਂਗਲ ਬਣਾਉਂਦੇ ਆ ਦੈਟ ਇਜ਼ ਆਰਬਿਟਰੀ ਬੇਅਰਿੰਗ। ਲੋ ਜੀ, ਡੈਜਿਗਨੇਸ਼ਨ ਆਫ ਬੇਅਰਿੰਗ ਦਾ ਡੈਜਿਗਨੇਸ਼ਨ ਕੀ ਹੈਗਾ। ਸੋ ਬੇਅਰਿੰਗ ਇਜ਼ ਡਿਜ਼ਾਈਨ ਇਜ਼ ਫੋਲੋਇੰਗ 2 ਸਿਸਟਮ। ਜਿੱਦਾਂ ਹੁਣ ਮੇਰਾ ਜਿਹੜਾ ਡੈਜਿਗਨੇਸ਼ਨ ਆ ਉਹ ਹੈਗਾ ਵਾ ਇੰਸਟ੍ਰਕਟਰ। ਮੈਂ ਮਤਲਬ ਜਿੱਦਾਂ ਡਰਾਫਟਸਮੈਨ ਸਿਵਲ ਇੰਸਟ੍ਰਕਟਰ ਸੀ, ਹੁਣ ਮੈਂ ਸਰਵੇਅਰ ਇੰਸਟ੍ਰਕਟਰ ਦੇ ਅਗੇਂਸਟ ਕੰਮ ਕਰਦਾ ਪਿਆ। ਸੋ ਹੋਲ ਸਰਕਲ ਬੇਅਰਿੰਗ ਸਿਸਟਮ, ਇਹਦੀ ਬੇਅਰਿੰਗ ਨੂੰ 2 ਸਿਸਟਮ ਵਿੱਚ ਆਪਾਂ ਡੈਜਿਗਨੇਟ ਕਰਦੇ ਹਾਂ। ਮਤਲਬ ਹੋਲ ਸਰਕਲ ਬੇਅਰਿੰਗ, ਇੱਕ ਕੁਆਡਰੈਂਟਲ ਬੇਅਰਿੰਗ। ਕੁਆਡਰੈਂਟ ਹੋ ਗਿਆ ਚੌਥਾ ਹਿੱਸਾ, ਤੇ ਹੋਲ ਮੈਨੇ ਤੁਸੀਂ ਮਤਲਬ ਕਈ ਵਾਰੀ ਸੁਣਿਆ ਕਿ ਹੋਲ ਹੈ ਉਹ ਗੋਲ ਹੈ, ਗੋਲ ਹੈ ਉਹ ਹੋਲ ਹੈ। ਹੋਲ ਨੰਬਰ ਜਿਹੜੇ 0 ਤੋਂ ਸਟਾਰਟ ਹੁੰਦੇ ਆ, ਇਹਦਾ ਮਤਲਬ ਪੂਰਾ ਚੱਕਰ 0 ਤੋਂ ਲੈ ਕੇ 360 ਡਿਗਰੀ ਦੈਟ ਇਜ਼ ਹੋਲ। ਸੋ ਆ ਦੇਖੋ ਹੋਲ ਸਰਕਲ ਬੇਅਰਿੰਗ ਕਿਹੜੀ ਹੁੰਦੀ ਆ, ਜਿਹੜੀ ਬੇਅਰਿੰਗ ਆਪਾਂ ਪ੍ਰਿਜ਼ਮੈਟਿਕ ਕੰਪਾਸ ਨਾਲ ਪੜ੍ਹਦੇ ਆ, ਕਿਉਂਕਿ ਉਹਦੇ ਵਿੱਚ ਜਿਹੜੀ ਮਾਰਕਿੰਗ ਆ 0 ਤੋਂ 360 ਤੱਕ ਮਾਰਕਿੰਗ ਕੀਤੀ ਹੁੰਦੀ ਆ। ਉਹ ਤੁਹਾਡਾ ਜਿਹੜਾ ਵਾ ਕਲੌਕਵਾਈਜ਼ ਡਾਇਰੈਕਸ਼ਨ 'ਚ ਆਪਾਂ ਜਦੋਂ ਲੈਂਦੇ ਆ, ਇਹ ਜਿਹੜੀ ਤੁਹਾਡੀ WCB ਹੋਲ ਸਰਕਲ ਬੇਅਰਿੰਗ। ਇਸ ਤੋਂ ਬਾਅਦ ਕੁਆਡਰੈਂਟ ਸਟਾਰਟ। ਹੁਣ ਦੇਖੋ ਜਿਹੜਾ ਤੁਹਾਡਾ ਨਾਰਥ ਸਾਊਥ ਪੋਲ ਆ, ਤੇ ਆਪਾਂ ਜਦੋਂ ਪੜ੍ਹਦੇ ਆ ਨਾ ਭੂਮੱਧ ਰੇਖਾ ਵਾ ਜਿਹੜੀ ਈਸਟ ਵੈਸਟ ਹੈਗੀ ਆ, ਤੋ ਇਹ ਮਤਲਬ ਆਪਾਂ ਜਦੋਂ ਕੀ ਕਰਦੇ ਆ ਵੀ ਆਪਾਂ ਜਿਹੜਾ ਧਰਤੀ ਅਰਧ ਗੋਲਾ ਵਾ, ਜਿੱਦਾਂ ਅਸੀਂ ਇੰਡੀਆ ਵਾਲੇ ਉੱਤਰੀ ਅਰਧ ਗੋਲੇ ਵਿੱਚ ਰਹਿੰਦੇ ਆ, ਜਿਹੜਾ ਦੱਖਣੀ ਅਰਧ ਗੋਲਾ ਵਾ, ਠੀਕ ਹੈ ਨਾ। ਸੋ ਇਹ ਜਿਹੜਾ ਫਿਰ ਆਪਾਂ ਪੂਰੇ ਧਰਤੀ ਜਿਹੜੀ ਗੋਲ ਆ ਉਹਨੂੰ 4 ਹਿੱਸਿਆਂ 'ਚ ਵੰਡਦੇ ਆ। ਮਤਲਬ ਉਹਨੂੰ ਬੇਅਰਿੰਗ ਕਿਹਦੇ ਨਾਲ ਬਣਨੀ ਹੈ, ਰੈਫਰੈਂਸ ਪੁਆਇੰਟ। ਤੇ ਰੈਫਰੈਂਸ ਪੁਆਇੰਟ ਕੀ ਆ, ਮਰੀਡੀਅਨ। ਤੇ ਮਰੀਡੀਅਨ ਕੀ ਆ, ਨਾਰਥ ਤੇ ਸਾਊਥ ਪੋਲ ਨੂੰ ਮਿਲਾਉਂਦੀ ਹੋਈ ਰੇਖਾ। ਜਿੱਦਾਂ ਮਤਲਬ ਤੁਸੀਂ ਗਾਣਾ ਹਿੰਦੀ ਸੁਣਿਆ ਹੋਊਗਾ ਕਿ ਮੇਰੇ ਮਨ ਕੀ ਗੰਗਾ ਔਰ ਤੇਰੇ ਮਨ ਕੀ ਜਮਨਾ, ਬੋਲ ਰਾਧੇ ਬੋਲ ਸੰਗਮ ਹੋਗਾ ਕਿ ਨਹੀਂ। ਨਾਰਥ ਤੇ ਸਾਊਥ ਪੋਲ ਜਦੋਂ ਆਪਸ ਵਿੱਚ ਇੱਕ ਇਮੈਜਿਨਰੀ ਲਾਈਨ ਮਿਲਦੀ ਹੈ, ਤੇ ਉਹ ਲਾਈਨ ਨੂੰ ਆਪਾਂ ਮਰੀਡੀਅਨ ਕਹਿੰਦੇ ਆ। ਸੋ ਉਹਦੇ ਨਾਲ ਫਿਰ ਆਪਾਂ 4 ਮਤਲਬ ਜਿਹਦਾ ਕੁਆਡਰੈਂਟ ਬਣਾਤੇ। ਫਸਟ ਕੁਆਡਰੈਂਟ 0 ਤੋਂ 90 ਡਿਗਰੀ ਕਲੌਕਵਾਈਜ਼ ਡਾਇਰੈਕਸ਼ਨ, ਸੈਕੰਡ ਕੁਆਡਰੈਂਟ ਜਿਹੜਾ 90 ਤੋਂ 180 ਡਿਗਰੀ, ਤੀਜਾ ਕੁਆਡਰੈਂਟ 180 ਤੋਂ 270, ਇਸ ਤਰ੍ਹਾਂ 360 ਤੋਂ ਜਿਹੜਾ ਵਾ ਉਹ ਜਿਹੜਾ ਚੌਥਾ ਕੁਆਡਰੈਂਟ ਜਿਹੜਾ ਆਪਾਂ ਲੈਂਦੇ ਆ। ਤੁਸੀਂ ਫਿਗਰ ਦੇਖੋਗੇ, ਆਹ ਦੇਖੋ ਹੋਲ ਸਰਕਲ ਬੇਅਰਿੰਗ,
ये 360 ਜਾਂ 0 फिर 10 भी ਇਹ ਸਾਰੀ ਤੁਹਾਡੀ होल सर्कल बेरिंग सिस्टम ਦੇ ਵਿੱਚ ਹੈਗਾ ਵਾ। ਇਸ ਤੋਂ ਬਾਅਦ ਰਿਡਿਊਸ ਬੇਰਿੰਗ ਆ ਵੇਖ ਲਓ ਨਾਰਥ ਸਾਊਥ ਆ ਇੱਧਰ ਈਸਟ ਵੈਸਟ ਆ। ਇੱਕ ਤੁਹਾਡਾ ਪਹਿਲਾ ਕੁਆਡਰੈਂਟ ਆ ਗਿਆ ਨਾਰਥ ਈਸਟ ਕੁਆਡਰੈਂਟ, ਇਹ 'ਚ 0 ਤੋਂ ਲੈ ਕੇ 90 ਡਿਗਰੀ ਆ। ਹੁਣ 90 ਤੋਂ 180 ਨਹੀਂ ਕਵਾਂਗੇ ਕਿਉਂਕਿ ਬੇਰਿੰਗ ਕਿੱਥੋਂ ਪੜਨੀ ਆ ਨਾਰਥ ਤੇ ਸਾਊਥ ਪੋਲ ਤੋਂ, ਬੇਰਿੰਗ ਤੋਂ ਹੀ ਈਸਟ ਵੈਸਟ ਤੋਂ ਨਹੀਂ ਪੜਨੀ। ਇਹਦਾ ਮਤਲਬ ਆਪਾਂ ਜਿਹੜੀ ਬੇਰਿੰਗ ਆ ਉਹ ਸਾਊਥ ਈਸਟ ਹੋਊਗੀ, ਸਾਊਥ ਵੈਸਟ ਹੋਊਗੀ, ਨਾਰਥ ਵੈਸਟ ਹੋਊਗੀ, ਨਾਰਥ ਈਸਟ ਹੋਊਗੀ। ਇਹਦਾ ਮਤਲਬ 4 ਕੁਆਡਰੈਂਟ ਬਣ ਗਈ ਇਹ ਤੁਹਾਡੇ ਕੋਲ। ਲੋ ਜੀ ਕਨਵਰਸ਼ਨ ਕਰਨੀ ਆ, ਜੇ ਹੋਲ ਸਰਕਲ ਬੇਰਿੰਗ ਤੁਹਾਡੀ 0 ਤੋਂ 90 ਡਿਗਰੀ ਆ ਤੇ ਆਰਬੀ ਤੁਹਾਡੀ ਸੇਮ ਰਹੂਗੀ। ਆਰਬੀ ਦਾ ਮਤਲਬ ਰਿਡਿਊਸ ਬੇਰਿੰਗ, ਜਿਹਨੂੰ ਆਪਾਂ ਕੁਆਡਰੈਂਟਲ ਬੇਰਿੰਗ ਕਹਿੰਦੇ ਆ, ਇਹ ਤੁਹਾਡੀ ਨਾਰਥ ਈਸਟ ਕੁਆਡਰੈਂਟ ਦੇ ਵਿੱਚ ਆਊਗੀ। ਜੇ ਬੇਰਿੰਗ 90 ਤੋਂ ਵੱਧ ਆ 180 ਤੋਂ ਘੱਟ ਆ ਫਿਰ 180 ਵਿੱਚੋਂ ਆਪਾਂ ਮਾਈਨਸ ਕਰ ਦਾਂਗੇ ਕਿਹਨੂੰ ਹੋਲ ਸਰਕਲ ਬੇਰਿੰਗ ਨੂੰ ਤੇ ਸਾਊਥ ਈਸਟ ਕੁਆਡਰੈਂਟ ਆ ਜਾਊਗਾ। ਮਤਲਬ ਇਹ ਕਨਵਰਸ਼ਨ ਆ ਕਿਉਂਕਿ ਜਦੋਂ ਹੁਣ ਤੁਸੀਂ ਥੈਡੋਲਾਈਟ ਪੜ੍ਹਦੇ ਆ ਉਹਦੇ ਵਿੱਚ ਗੇਟ ਟਰਵਰਸ ਹੁੰਦਾ ਤੇ ਜਦੋਂ ਆਪਾਂ ਟਰਵਰਸਿੰਗ ਕਰਦੇ ਆ ਉਹਦੇ ਵਿੱਚ ਕੋਆਰਡੀਨੇਟਸ ਬਣਾਉਂਦੇ ਆ। ਜੋ ਅੱਜ ਕੱਲ ਟੋਟਲ ਸਟੇਸ਼ਨ ਜੋ ਕੰਮ ਤੁਸੀਂ ਮੈਨੂਅਲੀ ਕਰਦੇ ਆ ਤੇ ਉਹ ਕੰਮ ਉੱਤੇ ਸੌਫਟਵੇਅਰ ਲੱਗਾ ਵਾ ਤੇ ਉਹ ਕੋਆਰਡੀਨੇਟਸ ਕਿੱਦਾਂ ਬਣਾਉਂਦੇ ਆ ਵੀ ਕਿਹੜੇ ਕੁਆਡਰੈਂਟ 'ਚ ਚੱਲ ਗਿਆ। ਸੋ ਇਹ ਆਪਾਂ ਨੂੰ ਫਿਰ ਰਿਡਿਊਸ ਬੇਰਿੰਗ ਕਰਨੀਆਂ ਪੈਂਦੀਆਂ ਵਾ। ਸੋ ਇਹਦੇ ਬਾਰੇ ਤੁਹਾਨੂੰ ਬੇਸਿਕ ਨੌਲੇਜ ਹੋਣੀ ਚਾਹੀਦੀ ਹੈ। 180 ਤੋਂ 270 ਵਿੱਚ ਹੋਵੇ ਉਹ ਤੁਹਾਡਾ ਸਾਊਥ ਵੈਸਟ ਕੁਆਡਰੈਂਟ ਹੋਊਗਾ। ਉਹ ਫਿਰ ਆਪਾਂ ਜੇ ਰਿਡਿਊਸ ਬੇਰਿੰਗ ਕਰਨੀ ਆ ਉਹ ਆਪਾਂ ਰਿਡਿਊਸ ਬੇਰਿੰਗ ਚੋਂ 180 ਨੂੰ ਮਾਈਨਸ ਕਰ ਦਾਂਗੇ। ਮੈਂ ਥੋੜੀਆਂ ਐਗਜ਼ਾਮਪਲਾਂ ਲੈਂਦੀਆਂ ਵਾ ਤੁਹਾਨੂੰ ਕਲੀਅਰ ਕਰ ਦੇਣਾ, ਸਾਰਾ ਕੁਝ ਕਲੀਅਰ ਹੋ ਜਾਊਗਾ। ਇਹ ਜਿਹੜਾ ਟੇਬਲ ਆ ਜੇ 270 ਤੋਂ ਵੱਧ ਆ ਤੇ 360 ਡਿਗਰੀ ਤੱਕ ਹੈਗਾ ਤੇ ਫਿਰ 360 ਵਿੱਚੋਂ ਆਪਾਂ WCB ਨੂੰ ਮਾਈਨਸ ਕਰ ਦਾਂਗੇ, ਇਹ ਨਾਰਥ ਵੈਸਟ ਕੁਆਡਰੈਂਟ ਆ ਜਾਊਗਾ। ਸੋ ਇਸ ਤਰ੍ਹਾਂ ਆ ਜਿਹੜਾ ਤੁਹਾਡਾ ਰੂਲ ਹੈਗਾ ਵਾ ਰਿਡਿਊਸ ਬੇਰਿੰਗ ਤੋਂ ਹੋਲ ਸਰਕਲ ਬੇਰਿੰਗ ਨੂੰ ਕਨਵਰਟ ਕਰਨ ਦੇ ਵਿੱਚ। ਲੋ ਜੀ ਆ ਐਗਜ਼ਾਮਪਲ ਹੈਗੀ ਵੇਖੋ, ਕਨਵਰਟ ਦਾ ਫੋਲੋਇੰਗ ਹੋਲ ਸਰਕਲ ਬੇਰਿੰਗ ਇਨਟੂ ਰਿਡਿਊਸ ਬੇਰਿੰਗ। 49 ਡਿਗਰੀ ਆ, 240 ਡਿਗਰੀ ਆ, 133 ਡਿਗਰੀ ਆ, 335 ਡਿਗਰੀ ਆ। ਆ ਦੇਖੋ ਜੀ ਜਿਹੜੀ 49 ਡਿਗਰੀ ਆ ਨਾ ਇਹ 49 ਡਿਗਰੀ 0 ਤੋਂ ਵੱਡੀ ਆ ਤੇ 90 ਤੋਂ ਛੋਟੀ ਆ। ਇਹਦਾ ਮਤਲਬ ਇਹ ਜਿਹੜੀ ਬੇਰਿੰਗ ਆ ਇਹ ਪਹਿਲੇ ਕੁਆਡਰੈਂਟ 'ਚ ਆਊਗੀ। ਪਹਿਲਾ ਕੁਆਡਰੈਂਟ ਕਿਹੜਾ ਵਾ ਨਾਰਥ ਈਸਟ। ਇਹਦਾ ਮਤਲਬ ਬੇਰਿੰਗ ਕਿੱਥੋਂ ਪੜਨੀ ਆ, ਇਹ ਕਨਸੈਪਟ ਰੱਖਿਓ ਯਾਦ ਵੀ ਬੇਰਿੰਗ ਆਪਾਂ ਮਰੀਡੀਅਨ ਤੋਂ ਪੜਨੀ ਆ ਤੇ ਮਰੀਡੀਅਨ ਤੁਹਾਡਾ ਨਾਰਥ ਸਾਊਥ ਵਾਲਾ ਲਾਈਨ, ਠੀਕ ਹੈ ਜੀ। ਇਹਦਾ ਮਤਲਬ ਇਹ ਬੇਰਿੰਗ ਫਿਰ ਤੁਹਾਡੀ ਸੇਮ ਆ ਗਈ। ਇਹਦਾ ਮਤਲਬ ਇਹਦੀ ਰਿਡਿਊਸ ਬੇਰਿੰਗ ਕਿੰਨੀ ਆ ਗਈ ਨਾਰਥ 49 ਡਿਗਰੀ ਈਸਟ। ਇਹਦਾ ਮਤਲਬ ਨਾਰਥ ਈਸਟ ਕੁਆਡਰੈਂਟ ਦੇ ਵਿੱਚ ਹੋਊਗੀ। ਆ ਗਈ 240। 240 ਜਿਹੜੀ ਆ ਨਾ ਇਹ 180 ਤੋਂ ਵੱਧ ਜੋ ਤੇ 270 ਤੋਂ ਘੱਟ ਜੋ। ਇਹਦਾ ਮਤਲਬ ਤੀਜੇ ਕੁਆਡਰੈਂਟ 'ਚ ਆ ਗਈ। ਤੀਜਾ ਕੁਆਡਰੈਂਟ ਕਿੰਨਾ ਆ ਗਿਆ ਫਿਰ ਤੁਹਾਡਾ ਸਾਊਥ ਵੈਸਟ। ਆਪਾਂ ਵੈਸਟ ਸਾਊਥ ਨਹੀਂ ਕਹਿਣਾ ਕਿਉਂਕਿ ਈਸਟ ਵੈਸਟ ਜਿਹੜੀ ਆ ਉਹ ਮਰੀਡੀਅਨ ਨਹੀਂ ਹੈਗੀ ਤੇ ਮਰੀਡੀਅਨ ਤੁਹਾਡਾ ਨਾਰਥ ਸਾਊਥ ਹੈਗਾ ਵਾ। ਸੋ ਰਿਡਿਊਸ ਬੇਰਿੰਗ ਆ ਗਈ। ਆਪਾਂ ਫਿਰ ਕੀ ਕਰਾਂਗੇ ਸਾਊਥ ਤੋਂ ਵੈਸਟ ਵਾਲੇ ਖਾਨੇ 'ਚ ਵੇਖੋਗੇ ਇਹਦਾ ਮਤਲਬ 180 ਨੂੰ ਮਾਈਨਸ ਕਰ ਦੋ ਪਿੱਛੋਂ। 180 ਜਦੋਂ ਲਾ ਦਾਂਗੇ ਤੇ ਬਾਕੀ ਕੀ ਬਾਜੂਗੀ ਜਿੰਨੀ ਸਾਊਥ ਤੋਂ ਵੈਸਟ ਵਾਲੇ ਪਾਸੇ ਗਈ। ਇਹਦਾ ਮਤਲਬ 240 ਚੋਂ 180 ਨੂੰ ਮਾਈਨਸ ਕਰਤਾ, ਇਹ 60 ਡਿਗਰੀ ਆ ਗਿਆ। ਇਹ ਆ ਗਿਆ ਫਿਰ ਕਿੰਨਾ ਆ ਗਿਆ ਹੋਲ ਸਰਕਲ ਬੇਰਿੰਗ ਨੂੰ ਕਨਵਰਟ ਕੀਤਾ ਤੇ ਕਿੰਨਾ ਆ ਗਿਆ ਸਾਊਥ 60 ਡਿਗਰੀ ਤੋਂ ਜਦੋਂ ਆਪਾਂ ਵੈਸਟ ਵਾਲੇ ਪਾਸੇ ਜਾਂਦੇ ਆ ਇਹ ਤੁਹਾਡੀ 240 ਡਿਗਰੀ ਹੋਲ ਸਰਕਲ ਬੇਰਿੰਗ ਜਿਹੜੀ ਕਨਵਰਟ ਹੋ ਕੇ ਰਿਡਿਊਸ ਹੋਊਗੀ। ਲੋ ਜੀ ਅੱਗੇ 133 ਆ। 133 ਜਿਹੜੀ ਆ ਇਹ ਦੂਸਰੇ ਕੁਆਡਰੈਂਟ 'ਚ ਆ ਤੇ ਦੂਸਰੇ ਕੁਆਡਰੈਂਟ 'ਚ ਕਿਹੜਾ ਹੁੰਦੀ ਬੇਰਿੰਗ ਸਾਊਥ ਤੋਂ ਵੈਸਟ ਵਾਲੇ ਪਾਸੇ ਕਿੰਨੀ ਗਈ। ਇਹਦਾ ਮਤਲਬ 133 ਕਿੱਥੋਂ ਹੋਈ ਨਾਰਥ ਤੋਂ ਲੈ ਕੇ ਇਹ 0 ਡਿਗਰੀ ਉੱਥੋਂ ਆ ਨਾ, ਪਰ ਆਪਾਂ ਬੇਰਿੰਗ ਕਿੱਥੋਂ ਪੜਨੀ ਆ ਸਾਊਥ ਤੋਂ ਈਸਟ ਵਾਲੇ ਪਾਸੇ। ਇਹਦਾ ਮਤਲਬ 180 ਚੋਂ ਆਪਾਂ ਕਿਹਨੂੰ ਘਟਾਵਾਂਗੇ 133 ਨੂੰ, ਇਹ 47 ਡਿਗਰੀ ਆ ਜਾਊਗਾ ਤੇ ਰਿਡਿਊਸ ਬੇਰਿੰਗ ਤੁਹਾਡੀ ਸਾਊਥ 47 ਡਿਗਰੀ ਈਸਟ, ਇਹ ਤੁਹਾਡੀ ਰਿਡਿਊਸ ਬੇਰਿੰਗ ਇਹਦੀ ਆ ਜਾਊਗੀ। ਇਸ ਤੋਂ ਬਾਅਦ 335 ਆ। ਇਹ 335 ਜਿਹੜੀ ਆ ਚੌਥੇ ਕੁਆਡਰੈਂਟ ਚਲ ਗਈ ਨਾਰਥ ਵੈਸਟ। ਨਾਰਥ ਵੈਸਟ ਤੋਂ ਹੁਣ ਵੇਖੋ ਕਈਆਂ ਦੇ ਦਿਮਾਗ 'ਚ ਹੁੰਦਾ ਵੀ ਆਪਾਂ 270 ਚੋਂ ਇਹ ਚੋਂ 270 ਮਾਈਨਸ ਕਰ ਦਈਏ। ਕਈ ਵਾਰੀ ਦਿਮਾਗ 'ਚ ਆ ਜਾਂਦਾ ਕਈਆਂ ਬੱਚਿਆਂ ਦੇ, ਮਤਲਬ ਜ਼ਿਆਦਾਤਰ ਮਿਸਟੇਕ ਕਰਦੇ ਬੱਚੇ। ਪਰ ਜੇ 270 ਤੋਂ ਕਰਦੇ ਆ ਤੇ ਫਿਰ ਤੇ ਵੈਸਟ ਜਿਹੜਾ ਮਰੀਡੀਅਨ ਨਹੀਂ ਹੈਗਾ। ਤੇ ਮਰੀਡੀਅਨ ਕਿਹੜਾ ਵਾ ਨਾਰਥ ਸਾਊਥ ਤੇ ਆਪਾਂ ਫਿਰ 360 ਚੋਂ 335 ਨੂੰ ਮਾਈਨਸ ਕੀਤਾ ਤੇ ਬਾਕੀ ਐਂਗਲ ਜਿਹੜਾ ਬਚ ਗਿਆ ਉਹ ਨਾਰਥ ਵੈਸਟ ਹੋਊਗਾ, ਨਾਰਥ 25 ਡਿਗਰੀ ਵੈਸਟ। ਲੋ ਜੀ ਇਸ ਤੋਂ ਬਾਅਦ ਆਪਾਂ ਲਾਸਟ ਟੌਪਿਕ ਆ ਕਨਵਰਟ ਦਾ ਫੋਲੋਇੰਗ ਰਿਡਿਊਸ ਬੇਰਿੰਗ ਇਨਟੂ ਹੋਲ ਸਰਕਲ ਬੇਰਿੰਗ। ਆਪਾਂ ਰਿਡਿਊਸ ਬੇਰਿੰਗ ਜਿਹੜੀਆਂ ਇਹਨੂੰ ਹੋਲ ਸਰਕਲ 'ਚ ਚੇਂਜ ਕਰਨਾ।
नॉर्थ 65 डिग्री ईस्ट आ, साउथ 43 डिग्री 15 मिनट ईस्ट आ, ते साउथ 52 डिग्री 30 मिनट वैस्ट आ, नॉर्थ 32 डिग्री 42 मिनट वैस्ट आ। तो आ वेखो ये हम वेखो सब तो पहला आप मतलब इनू सॉल्व किया 65 वाली में, मैं इनू अपने हाथ ना सॉल्व करके दसिया वा। सो ये नॉर्थ 65 ये हम देखो कि क्वाड्रेंट चल गई है पहले क्वाड्रेंट तो पहले जीरो तो लैके होल सर्कल बेरिंग ताड़ी कितनी आ गई, होल है वो गोल है की चीज़ होगी जीरो, तो जीरो तो लैके कितनी होगी फिर 65 डिग्री। यदा मतलब ये जी होल सर्कल बेरिंग आ वो मतलब 65 डिग्री आ। अच्छा इस तो बाद साढ़े को साउथ 43 डिग्री 15 मिनट ईस्ट है, साउथ तो ईस्ट वाले पासे साउथ तो ईस्ट वाले पासे 43 डिग्री 15 मिनट जो मैं ग्रीन किया होया, पर सानू बेरिंग किहड़ी चाहिए आ, जो मैं मतलब इधर क्वेश्चन मार्क पाया WCB लिखा वा तुसीं देख रहे हैं, यदा मतलब जीरो तो लैके कितने हरे वाला खत्म होंदा, यदा मतलब 180 चों जे असीं माइनस कर दईए किनू 43 डिग्री 15 मिनट नू ते ये तुहाडा 136 डिग्री 45 मिनट आ जाएगा। मतलब जे तुसीं फिगर याद रखी ना तो फिर कोई भी न्यूमेरिकल तुहानू प्रॉब्लम नहीं आऊगी। सो आ फार्मूले ने कटते उन्हें वेखो कि 65 डिग्री आ, ਇਹਦਾ मतलब ਉਹਦੇ 'ਚ ਹੀ ਰਹੂਗੀ 43 डिग्री 15 मिनट आ, वो ਤੁਹਾਡਾ ਸਾਊਥ ਈਸਟ ਕੁਆਡਰੈਂਟ ਆ। ਜੇ ਹੁਣ ਫਾਰਮੂਲਾ ਨਹੀਂ ਯਾਦ ਕਰਨਾ ਤੇ ਫਿਗਰ ਵੇਖ ਲਓ ਤੇ ਫਿਗਰ ਦੇ ਨਾਲ ਫਿਰ ਗਲਤੀ ਦੀ ਗੁੰਜਾਇਸ਼ ਬਿਲਕੁਲ ਘਟ ਜਾਂਦੀ ਹੈ। ਸੋ ਇਸ ਤਰ੍ਹਾਂ ਵੀ ਆਪਾਂ ਇਹਨੂੰ ਸੋਲਵ ਕਰ ਸਕਦੇ। ਲਓ ਜੀ ਅੱਗੇ 52 डिग्री 30 मिनट ਆ, ਇਹ ਹੁਣ ਵੇਖੋ 52 डिग्री 30 मिनट ਕੀ ਆ ਸਾਊਥ ਵੈਸਟ ਕੁਆਡਰੈਂਟ ਕਿਹੜਾ ਵਾ ਜਿਹੜਾ 180 ਤੋਂ ਬਾਅਦ ਚ ਆਉਂਦਾ, ਇਹਦਾ मतलब ਇਹਦੇ ਵਿੱਚ ਫਿਰ ਕੀ ਕਰਾਂਗੇ, ਇਹਦੇ ਚ ਫਿਰ 180 ਪਲੱਸ ਕਰ ਦਾਂਗੇ ਕਿਉਂਕਿ ਇਹ 232 डिग्री 30 मिनट ਆ ਜਾਊਗਾ। ਹੁਣ ਅੱਗੇ 32 डिग्री 42 मिनट नॉर्थ वैस्ट ਆ, ਇਹ ਕਿਹੜੇ ਕੁਆਡਰੈਂਟ ਚੜ ਗਿਆ ਚੌਥੇ ਚ, तो ਉਹਦੇ ਵਿੱਚ ਕੀ ਹੋਊਗਾ 360 ਤੇ ਜਦੋਂ ਬਾਕੀ ਮਾਈਨਸ ਕਰ ਦਾਂਗੇ ਉਹ ਤੁਹਾਡੀ ਹੋਲ ਸਰਕਲ ਬੇਰਿੰਗ ਆ ਜਾਊਗੀ। ਸੋ ਆ ਚੀਜ਼ਾਂ ਜਿਹੜੀਆਂ ਤੁਸੀਂ ਫਾਰਮੂਲੇ ਨਾਲ ਕਈ ਵਾਰੀ ਸਮਝ ਨਹੀਂ ਲੱਗਦੀ, ਆ ਦੇਖੋ ਫਿਗਰ ਮੈਂ ਬਣਾਈ ਆ ਦੇਖੋ ਇਹਦੇ ਵਿੱਚ ਸਾਊਥ 52 डिग्री 30 मिनट ਵੈਸਟ। ਹੁਣ ਤੁਸੀਂ ਵੇਖਦੇ ਆ ਵੀ ਆ ਜਿਹੜਾ ਕਾਲੇ रंग च लाइन लगी है, एक लाल रंग च लाइन लगी हुई है जिथे लिखा WCB कितों स्टार्ट होगी जीरो तो, ਇਹਦਾ मतलब 180 जे प्लस कर दईए तो 52 डिग्री 30 मिनट ऐड कर दईए तो फिर ये होल सर्कल बेरिंग बन गई। सो फिगर तो तुसीं क्लीयर कर लिया होगा। सो 180 जो आप प्लस किए ये 232 डिग्री 30 मिनट बन गया। सो इस तो बाद आ देखो हुण जिहड़ी बेरिंग ही नॉर्थ 32 डिग्री 42 मिनट वो जो काले रंग के देखो काले रंग च एरो है ना नॉर्थ तो वैस्ट वाले पासे, पर सानू किहड़ी बेरिंग चाहिए आ होल सर्कल बेरिंग, वो कितों आ जिहड़ा लाल रंग वाले एरो वो WCB जिथे क्वेश्चन मार्क लिखा वो कितों स्टार्ट होंदा जीरो तो लैके जिथे लाल खत्म हो गया, इट मीन 360 चों आपां माइनस कर देंगे 32 डिग्री 42 मिनट, ये 327 डिग्री 18 मिनट इसका आंसर आ जाऊगा। ये तुहाडी होल सर्कल बेरिंग आ जाएगी। सो अज के लैक्चर विच इन्ना की आ। सो अज आप मतलब कंपास के पार्ट्स बारे सीखिया वा ते कंपास तो आप टैंपरेरी एडजस्टमेंट किदां सीखी आ ते उहदियां बेरिंग्स किदां लैने आ, बेरिंग बारे पढ़िया वा ते बेरिंग किन्ने तरह की हुंदी है उहदे बारे गल कीती आ। तो नैक्सट लैक्चर दे विच आपां कंपास का नैक्सट लैक्चर दे विच आपां बेरिंग बारे होर पढ़ांगे, एंगल कढ़ने सीखांगे, लोकल ट्रैक्शन बारे सीखांगे। सो आ एक तुहानूं स्लाइड नज़र आती है जिहदे विच हुण देखो मैं बार बार तुहानूं याद कराउने आ कि जो जॉब फेयर लग रहा वा 4 तो 14 जुलाई तक गवर्नमेंट ITI गुरदासपुर दे विच, तो इहदा भी वध तो वध जिहड़े बच्चे आ वो वर्चुअल जॉब फेयर आ इस बैनीफिट लै सकते हैं। सो मैं सारिਆਂ ਦਾ एक बार फिर धन्यवाद करदा वां। सो आ मेरा नंबर फिर दोबारा तुहाडे कोल आ गया वा, जे कोई तुहानूं क्वेरी होवे तो मैं उस श्री मनदीप चौधरी जी नूं कहना कि सारिਆਂ ਨੂੰ अनम्यूट करके जे कोई क्वेश्चन आ तो वो पूछ सकता। मैं फिर भी बहुत कोशिश की है सो तुहानूं ये समझाउण दी, जे कोई चीज़ रह गई होगी तो उहदे वास्ते मैं सॉरी फील करदा। ठीक है, हाँ जी मनदीप सर। सर हाँ जी सर। हाँ जी किसी का क्वेश्चन होवे जी कोई कहने हैंड रेज या कोई हैंड रेज अपने आप को अनम्यूट करके क्वेश्चन पूछ सकते हो जी। एक बच्चे ने मैसेज किया भी ITI कदों ओपन होनी है, ये बारे तो हुण असीं नहीं कह सकते कुछ।
ਇਹ ਤੇ ਹੁਣ ਸਰਕਾਰ ਦੇ ਜੋ ਰੂਲਸ ਨੇ ਉਦੋਂ ਕੋਈ ਅੱਜ ਦੇ ਲੈਕਚਰ ਬਾਰੇ ਕਿਸੇ ਦਾ ਕੋਈ ਕੁਐਸਚਨ ਹੋਵੇ ਉਹ ਦੱਸੋ ਜੀ। ਬਾਕੀ ਮੈਂ ਆਪਣੇ ਜਿੰਨੇ ਡਰਾਫਟਮੈਨ ਸਿਵਲ ਇੰਸਟਰਕਟਰ ਨੇ ਜਾਂ ਸਰਵੇਅਰ ਇੰਸਟਰਕਟਰ ਨੇ ਸਾਡੇ ਨਾਲ ਸਿਵਲ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵਾਂ। ਔਰ ਫਿਰ ਰਿਕੁਐਸਟ ਕਰਦਾ ਵਾਂ ਵੀ ਬੜੀ ਮਿਹਨਤ ਨਾਲ, ਕਿਉਂਕਿ ਪ੍ਰਿੰਸ ਭਾਰਤੀ ਸਰ ਹੈਗੇ ਨੇ ਲੈਕਚਰ ਤਿਆਰ ਕਰਨ ਵਾਸਤੇ ਬੜੀ ਮਿਹਨਤ ਲੱਗਦੀ ਆ। ਸੋ ਵੱਧ ਤੋਂ ਵੱਧ ਜਿਹੜੇ ਪਾਰਟਿਸਿਪੇਟਸ ਆ ਉਹ ਫਿਰ ਅੱਗੇ ਜੁੜੇ ਹੋਣ ਤੇ ਬਹੁਤ ਵਧੀਆ ਲੱਗਦਾ ਵਾ, ਕਿਉਂਕਿ ਮਿਹਨਤ ਜਿਹੜੀ ਸਟਾਰਟ ਹੁੰਦੀ ਆ। ਸੋ ਮੈਂ ਫਿਰ ਰਿਕੁਐਸਟ ਕਰਦਾ ਵਾਂ ਕਿ ਜਿਹੜੇ ਆਪਣੇ ਨਾਲ ਸਾਥੀ ਨੇ ਜਿਨ੍ਹਾਂ ਨੂੰ ਉਹਨਾਂ ਨੂੰ ਮਤਲਬ ਵੱਧ ਤੋਂ ਵੱਧ ਜਿਹੜਾ ਇਹ ਲੈਕਚਰ ਦਾ ਬੈਨੀਫਿਟ ਦਵਾਇਆ ਜਾਵੇ। ਬਾਕੀ ਨਿੰਮੀ ਦੇ ਉੱਪਰ ਸਾਰੇ ਲੈਕਚਰ ਜਿਹੜੇ ਆਪਾਂ ਦਿੱਤੇ ਆ ਐਸਟੀਮੇਟ ਦੇ ਜਾਂ ਸਰਵੇ ਦੇ, ਉਹ ਸਾਰੇ ਮਤਲਬ ਉਹਦੇ ਉੱਪਰ ਪ੍ਰੋਵਾਈਡ ਹੋ ਰਹੇ ਨੇ। ਸੋ ਉਹ ਵੀ ਤੁਸੀਂ ਵੇਖ ਸਕਦੇ ਆ। ਪੁਰਾਣੇ ਜੇ ਲੈਕਚਰ ਕਿਸੇ ਕੋਈ ਮਿਸ ਹੋ ਗਿਆ ਵਾ ਤੇ ਉਹਨੂੰ ਉਹ ਦੁਬਾਰਾ ਬੱਚੇ ਜਿਹੜੇ ਆ ਉਹਨੂੰ ਵੇਖ ਸਕਦੇ ਆ, ਸੁਣ ਸਕਦੇ। ਠੀਕ ਹੈ ਮਨਦੀਪ ਜੀ, ਕੋਈ ਕੁਐਸਚਨ ਨਹੀਂ ਹੈਗਾ ਜ਼ਿਆਦਾ ਤੇ ਮੈਂ ਇੱਕ ਵਾਰੀ ਫਿਰ ਸਾਰਾ ਧੰਨਵਾਦ ਇੱਕ ਵਾਰੀ ਫਿਰ ਸਾਰਿਆਂ ਦਾ ਧੰਨਵਾਦ ਕਰਦਾ ਜੀ। ਥੈਂਕ ਯੂ ਜੀ ਸਾਰਿਆਂ ਦਾ, ਧੰਨਵਾਦ। ਓਕੇ ਸਰ, ਠੀਕ ਹੈ ਜੀ, ਥੈਂਕ ਯੂ। ਪਲੀਜ਼ ਸਰ ਮੈਨੂੰ ਮੈਸੇਜ ਕਰ ਦਿਓ, ਤੁਹਾਡਾ ਨੰਬਰ ਨਹੀਂ ਹੈਗਾ ਮੇਰੇ ਕੋਲ। ਹਾਂਜੀ ਹੈਲੋ ਹਾਂਜੀ